ਸ਼ਲੋਕ ਮਹਿਲਾ ਤੀਜਾ। ਅੰਦਰ ਕਪਟ ਸਦਾ ਦੁਖ ਹੈ, ਮਨਮੁਖ ਧਿਆਨ ਨਾ ਲਾਗੈ। ਦੁਖ ਵਿਚਕਾਰ ਕਮਾਵਣੀ, ਦੁਖ ਵਰਤੈ ਦੁਖ ਆਗੈ। ਇੱਥੇ ਗੁਰਦੇਵ ਪਾਤਸ਼ਾਹ ਆਪ ਖੁਦਰੇ ਮਨੁੱਖ ਦੀ ਜੀਵਨ ਦੀ ਹਾਲਾਤ ਦੱਸ ਰਹੇ ਨੇ ਔਰ ਉਹਦੇ ਦੁੱਖਾਂ ਦਾ ਕਾਰਨ ਦੱਸ ਰਹੇ ਨੇ ਕਿ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ ਸਾਰੀ ਜ਼ਿੰਦਗੀ ਦੁਖੀ ਔਰ ਅਸ਼ਾਂਤ ਰਹਿੰਦਾ ਹੈ, ਤਾਂ ਉਸ ਦਾ ਕਾਰਨ ਕੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅੰਦਰ ਕਪਟ ਸਦਾ ਦੁੱਖ ਹੈ। ਕਪਟ ਦਾ ਮਤਲਬ ਖੋਟ, ਮਨਮੁਖ ਦਾ ਮਤਲਬ ਆਪ ਖੁਦਰਾ ਮਨੁੱਖ ਤੇ ਧਿਆਨ ਦਾ ਮਤਲਬ ਹੈ ਲਗਨ। ਗੁਰੂ ਜੀ ਬਚਨ ਕਰਦੇ ਨੇ ਕਿ ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿੱਚ ਹਮੇਸ਼ਾ ਖੋਟ ਟਿਕਿਆ ਰਹਿੰਦਾ ਹੈ। ਹਮੇਸ਼ਾ ਉਹਦੇ ਅੰਦਰ ਖੋਟ ਹੈ, ਦੂਜਿਆਂ ਨੂੰ ਧੋਖਾ ਦੇਵੇਗਾ, ਬੇਵਿਸ਼ਵਾਸੀ ਵਾਲੀ ਜ਼ਿੰਦਗੀ ਜੀਵੇਗਾ, ਅੰਦਰੋਂ ਹੋਰ ਔਰ ਬਾਹਰੋਂ ਹੋਰ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ ਇਸ ਕਰਕੇ ਉਸ ਨੂੰ ਹਮੇਸ਼ਾ ਦੁੱਖ ਔਰ ਕਲੇਸ਼ ਵਾਪਰਦਾ ਰਹਿੰਦਾ। ਅੰਦਰ ਖੋਟ ਹੋਣ ਕਰਕੇ, ਖੋਟੇ ਕਰਮ ਕਰਨ ਕਰਕੇ ਹਮੇਸ਼ਾ ਦੁੱਖ ਔਰ ਕਲੇਸ਼ ਵਾਪਰਦਾ ਰਹਿੰਦਾ ਤੇ ਮਨਮੁਖ ਧਿਆਨ ਨਾ ਲੱਗੇ। ਆਪ ਖੁਦਰੇ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਰੱਬੀ ਗੁਣਾਂ ਵਿੱਚ ਨਹੀਂ ਜੁੜਦੀ, ਉਹਦੀ ਲਗਨ ਰੱਬੀ ਗੁਣਾਂ ਵਿੱਚ ਨਹੀਂ ਜੁੜਦੀ, ਕਿਉਂਕਿ ਹਮੇਸ਼ਾ ਉਹਦੇ ਅੰਦਰ ਖੋਟ ਟਿਕਿਆ ਹੋਇਆ ਹੈ। ਆਪਣਾ ਧਿਆਨ ਉਹਨੇ ਖੋਟ ਦੇ ਅੰਦਰ ਹੀ ਲਗਾਇਆ ਹੋਇਆ ਹੈ। ਹਮੇਸ਼ਾ ਉਹ ਖੋਟੇ ਕਰਮਾਂ ਬਾਰੇ ਹੀ ਸੋਚਦਾ, ਖੋਟੇ ਬੋਲ ਬੋਲਦਾ, ਖੋਟੇ ਹੀ ਕਰਮ ਕਰਦਾ ਹੈ। ਇਸ ਕਰਕੇ ਉਹਦੀ ਲਗਨ ਸ਼ੁਭ ਗੁਣਾਂ ਵਿੱਚ, ਪ੍ਰਭੂ ਦੇ ਵਿੱਚ ਨਹੀਂ ਲੱਗਦੀ ਔਰ ਉਹਦੇ ਜੀਵਨ ਦੇ ਅੰਦਰ ਹਮੇਸ਼ਾ ਆਤਮਿਕ ਦੁੱਖ, ਮਾਨਸਿਕ ਕਲੇਸ਼ ਬਣੇ ਰਹਿੰਦੇ ਨੇ ਔਰ ਹਮੇਸ਼ਾ ਉਹ ਦੁੱਖ ਭੋਗਦਾ ਹੈ। ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ। ਵਰਤੈ ਦਾ ਮਤਲਬ ਵਾਪਰਦਾ ਹੈ ਵਰਤਮਾਨ ਵਿੱਚ, ਆਗੈ ਦਾ ਮਤਲਬ ਅਗਾਂਹ ਆਉਣ ਵਾਲਾ ਜੋ ਸਮਾਂ ਫਿਊਚਰ ਹੈ, ਤੇ ਕਾਰ ਕਮਾਵਣੀ ਦਾ ਮਤਲਬ ਜੋ ਉਹ ਕੰਮ ਕਾਰਜ ਕਰਦਾ ਹੈ। ਦੁੱਖ ਵਿੱਚ ਕਾਰ ਕਮਾਵਣੀ, ਉਸ ਮਨੁੱਖ ਦੀ ਸਾਰੀ ਕਿਰਤ ਦੁੱਖ ਕਲੇਸ਼ ਵਿੱਚ ਹੀ ਹੁੰਦੀ ਹੈ। ਯਾਨੀ ਕਿਰਤਕਾਰ ਕਰਦਿਆਂ ਉਹ ਦੁਖੀ ਔਰ ਅਸ਼ਾਂਤ ਹੀ ਰਹਿੰਦਾ ਹੈ। ਦੁੱਖ ਵਰਤੈ, ਉਹਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਦੁੱਖ ਹੀ ਵਾਪਰਦਾ ਰਹਿੰਦਾ ਹੈ। ਦੁੱਖ ਆਗੈ ਦਾ ਮਤਲਬ ਆਉਣ ਵਾਲੇ ਸਮੇਂ ਵਿੱਚ ਵੀ ਉਹਦੇ ਦੁੱਖ ਹੀ ਹੁੰਦਾ ਹੈ। ਭਾਵ ਕਿ ਬੀਤ ਗਏ ਸਮੇਂ ਵਿੱਚ ਵੀ ਉਹ ਦੁਖੀ ਸੀ, ਹੁਣ ਵੀ ਦੁਖੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਦੁਖੀ ਹੋਏਗਾ। ਕਾਰਨ ਇਹ ਹੈ ਕਿ ਉਹ ਕੰਮ ਹੀ ਉਹ ਕਰ ਰਿਹਾ ਜਿਨ੍ਹਾਂ ਕੰਮਾਂ ਦੇ ਨਾਲ ਜੀਵਨ ਦੇ ਅੰਦਰ ਸੁੱਖ ਪੈਦਾ ਹੁੰਦਾ ਹੀ ਨਹੀਂ। ਕਿਉਂਕਿ ਖੋਟ ਕਮਾਉਣ ਨਾਲ, ਪਾਪ ਕਮਾਉਣ ਨਾਲ, ਵਿਕਾਰ ਕਮਾਉਣ ਦੇ ਨਾਲ ਕਦੇ ਜੀਵਨ ਵਿੱਚ ਸ਼ਾਂਤੀ ਨਹੀਂ ਆ ਸਕਦੀ। ਇਸ ਲਈ ਉਹਦੀ ਜ਼ਿੰਦਗੀ ਵਿੱਚ ਹਮੇਸ਼ਾ ਦੁੱਖ ਬਣਿਆ ਰਹਿੰਦਾ ਹੈ। ਕਰਮੀ ਸਤਿਗੁਰ ਭੇਟੀਐ, ਤਾਂ ਸੱਚ ਨਾਮ ਲਿਵ ਲਾਗੈ। ਕਰਮੀ ਦਾ ਮਤਲਬ ਬਖਸ਼ਿਸ਼, ਰਹਿਮਤ। ਕਰਮੀ ਦਾ ਮਤਲਬ ਕਰਮ ਵੀ ਹੁੰਦਾ ਹੈ, ਉਦਮ ਕਰਨਾ। ਸਤਿਗੁਰ ਭੇਟੀਏ ਦਾ ਮਤਲਬ ਜੇ ਗੁਰੂ ਮਿਲ ਪਵੇ। ਤਾਂ ਸੱਚ ਨਾਮ ਦਾ ਮਤਲਬ ਸੱਚ ਵਿੱਚ, ਨਾਮ ਦਾ ਮਤਲਬ ਹੁਕਮ ਵਿੱਚ, ਲਿਵ ਲਾਗੇ ਦਾ ਮਤਲਬ ਸੁਰਤ ਜੁੜ ਜਾਂਦੀ ਹੈ, ਲਗਨ ਲੱਗ ਜਾਂਦੀ ਹੈ। ਪਰ ਜੇ ਬਖਸ਼ਿਸ਼ ਦੁਆਰਾ ਗੁਰੂ ਮਿਲਦਾ ਹੈ ਜਦੋਂ, ਤਦੋਂ ਥਿਰ, ਜੋ ਸਦਾ ਥਿਰ ਰੱਬੀ ਹੁਕਮ ਹੈ, ਰੱਬੀ ਗੁਣ ਨੇ, ਉਹਨਾਂ ਦੇ ਵਿੱਚ ਲਗਨ ਲੱਗ ਜਾਂਦੀ ਹੈ। ਜੇ ਰਹਿਮਤ ਰਾਹੀਂ, ਬਖਸ਼ਿਸ਼ ਰਾਹੀਂ ਜੇ ਬੰਦਾ ਉਦਮ ਕਰੇ ਔਰ ਗੁਰੂ ਦੇ ਨਾਲ ਜਾ ਮਿਲੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲਾ ਜਾਏ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੇ, ਤਾਂ ਮਨੁੱਖ ਦੀ ਜੋ ਸੁਰਤ ਹੈ ਸ਼ੁਭ ਗੁਣਾਂ ਦੇ ਵਿੱਚ ਲੱਗ ਜਾਂਦੀ ਹੈ। ਉਹਦੀ ਲਗਨ ਵੀ ਸ਼ੁਭ ਗੁਣਾਂ ਦੇ ਨਾਲ ਲੱਗ ਜਾਂਦੀ। ਤਾਂ ਦੋ ਤਰ੍ਹਾਂ ਦੇ ਮਨੁੱਖ ਹੋ ਗਏ, ਇੱਕ ਗੁਰਮੁਖ ਔਰ ਇੱਕ ਮਨਮੁਖ। ਇੱਕ ਉਹ ਲੋਕ ਨੇ ਜੋ ਆਪ ਖੁਦਰੇ ਨੇ, ਜਿਨ੍ਹਾਂ ਦੀ ਲਗਨ ਹਮੇਸ਼ਾ ਮਾੜੇ ਕਰਮਾਂ ਵਿੱਚ ਹੈ, ਉਹ ਦੁਖੀ ਔਰ ਅਸ਼ਾਂਤ ਰਹਿੰਦੇ ਨੇ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸਦਾ ਸੁੱਖ ਔਰ ਸ਼ਾਂਤੀ ਹੈ, ਕਿਉਂਕਿ ਉਹਨਾਂ ਦੀ ਲਗਨ ਚੰਗੇ ਕੰਮਾਂ ਵਿੱਚ ਲੱਗੀ ਹੋਈ ਹੈ। ਤਾਂ ਇੱਥੇ ਮਨਮੁਖ ਵਾਸਤੇ ਇੱਕ ਰਾਸਤਾ ਹੈ ਕਿ ਜੇ ਉਹ ਮਨਮੁਖਤਾ ਨੂੰ ਛੱਡ ਕੇ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਣਾ ਆਰੰਭ ਕਰੇ, ਤਾਂ ਉਹਦੇ ਅੰਦਰ ਵੀ ਸ਼ੁਭ ਗੁਣਾਂ ਦੀ ਲਗਨ ਪੈਦਾ ਹੋ ਸਕਦੀ ਹੈ ਔਰ ਉਹਦਾ ਜੀਵਨ ਵੀ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ, ਹਰ ਸਮੇਂ, ਹਰ ਵਕਤ, ਹਰ ਥਾਂ ਤੇ ਮੌਜੂਦ ਹੈ।
ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭ੍ਰਮ ਪਉ ਭਾਗੈ। ਸਹਿਜੇ ਦਾ ਮਤਲਬ ਆਤਮਿਕ ਅਡੋਲਤਾ ਵਿੱਚ, ਅੰਦਰੋਂ ਦਾ ਮਤਲਬ ਮਨ ਵਿੱਚੋਂ, ਭ੍ਰਮ ਦਾ ਮਤਲਬ ਭਟਕਣਾ, ਭਉ ਦਾ ਮਤਲਬ ਸਹਿਮ ਔਰ ਡਰ। ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭ੍ਰਮ ਪਉ ਭਾਗੈ। ਜਦੋਂ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਤਾਂ ਆਤਮਿਕ ਅਡੋਲਤਾ ਵਿੱਚ ਟਿਕਣ ਕਰਕੇ ਉਸ ਨੂੰ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ। ਉਹਦੇ ਮਨ ਵਿੱਚੋਂ ਭਟਕਣਾ ਦੂਰ ਹੋ ਜਾਂਦੀ ਹੈ, ਫਿਰ ਉਸ ਦਾ ਮਨ ਇਧਰ ਉਧਰ ਵਿਕਾਰਾਂ ਵੱਲ ਭਟਕਦਾ ਨਹੀਂ, ਔਰ ਉਹਦੀ ਜ਼ਿੰਦਗੀ ਚੋਂ ਸਹਿਮ ਵੀ ਦੂਰ ਹੋ ਜਾਂਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚੋਂ ਡਰ ਵੀ ਮੁੱਕ ਜਾਂਦਾ ਹੈ, ਜੇ ਕੋਈ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਤਮਿਕ ਅਡੋਲਤਾ ਵਿੱਚ ਟਿਕਦਾ ਹੈ। ਹੁਣ ਇਹ ਆਤਮਿਕ ਅਡੋਲਤਾ ਜਾਂ ਸਹਿਜ ਸ਼ਬਦ ਹੈ, ਵੈਸੇ ਇਹਦੀ ਰੋਜ਼ ਅਸੀਂ ਇਹਦੀ ਵਿਚਾਰ ਕਰ ਰਹੇ ਹਾਂ, ਇਹਨੂੰ ਬਾਰ-ਬਾਰ ਦੁਹਰਾਉਣ ਦੀ ਔਰ ਸਮਝਣ ਦੀ ਲੋੜ ਹੈ। ਸਹਿਜ ਦਾ ਮਤਲਬ ਹੁੰਦਾ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਸੋਚ ਦੇ ਅੰਦਰ ਵੀ ਸੱਚ ਹੋਵੇ, ਬੋਲਾਂ ਵਿੱਚ ਵੀ ਸੱਚ ਹੋਵੇ, ਬਿਹੇਵੀਅਰ ਵਿੱਚ ਵੀ ਸੱਚ ਹੋਵੇ। ਇਹਨੂੰ ਕਹਿੰਦੇ ਨੇ ਆਤਮਿਕ ਅਡੋਲਤਾ। ਜਿਸ ਤੇ ਮਨ ਵਿੱਚ ਕੁਝ ਹੋਰ ਹੈ, ਮੁਖ ਵਿੱਚ ਕੁਝ ਹੋਰ ਹੈ, ਬਿਹੇਵੀਅਰ ਵਿੱਚ ਕੁਝ ਹੋਰ ਹੈ, ਤਾਂ ਉਹ ਬੰਦਾ ਸਹਿਜ ਵਿੱਚ ਨਹੀਂ ਹੈ, ਔਰ ਐਸਾ ਇਨਸਾਨ ਕਦੇ ਸੁਖੀ ਔਰ ਸ਼ਾਂਤ ਨਹੀਂ ਹੋ ਸਕਦਾ। ਇਸ ਲਈ ਜੋ ਗੁਰੂ ਦਰਸਾਏ ਰਾਹਾਂ ਤੇ ਤੁਰਨ ਵਾਲੇ ਇਨਸਾਨ ਨੇ, ਜਿਨ੍ਹਾਂ ਨੂੰ ਕਾਮਨ ਸੈਂਸ ਮਿਲਦੀ ਹੈ ਗੁਰੂ ਤੋਂ, ਵਿਵੇਕ ਬੁੱਧ ਮਿਲਦਾ ਹੈ, ਔਰ ਉਹ ਮਨ ਬਚਨ ਕਰਮ ਕਰਕੇ ਇੱਕ ਹੋ ਜਾਂਦੇ ਨੇ, ਰੱਬੀ ਗੁਣਾਂ ਨਾਲ ਜੁੜ ਜਾਂਦੇ ਨੇ, ਉਹਨਾਂ ਦੇ ਅੰਦਰ ਹਮੇਸ਼ਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਉਹਨਾਂ ਦੇ ਅੰਦਰੋਂ ਭਰਮ ਮੁੱਕ ਜਾਂਦਾ ਹੈ, ਭਟਕਣਾ ਨਹੀਂ ਰਹਿੰਦੀ, ਉਹਨਾਂ ਦਾ ਮਨ ਫਿਰ ਵਿਕਾਰਾਂ ਵਿੱਚ ਭਟਕਦਾ ਨਹੀਂ, ਔਰ ਉਹਨਾਂ ਦੀ ਜ਼ਿੰਦਗੀ ਚੋਂ ਸਹਿਮ ਵੀ ਖਤਮ ਹੋ ਜਾਂਦਾ ਹੈ, ਡਰ ਵੀ ਮੁੱਕ ਜਾਂਦਾ ਹੈ। ਉਹਨਾਂ ਦੇ ਜੀਵਨ ਦੇ ਅੰਦਰ ਉਹਨਾਂ ਨੂੰ ਫਿਰ ਡਰ ਨਹੀਂ ਹੁੰਦਾ ਕਿ ਮੈਨੂੰ ਹੁਣ ਕੋਈ ਦੁੱਖ ਆਏਗਾ। ਮਹਿਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਗੁਰਮੁਖ ਦਾ ਮਤਲਬ ਹੈ, ਮੀਨਿੰਗ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਜਿਸ ਨੇ ਗੁਰੂ ਦੀ ਪਾਵਨ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਹੈ, ਜਾਂ ਜਿਸ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ ਹੈ, ਗੁਰਮੁਖ ਉਹ ਹੁੰਦਾ ਹੈ। ਹਰ ਰੰਗ ਦਾ ਮਤਲਬ ਰੱਬੀ ਪਿਆਰ, ਰੱਬੀ ਹੁਕਮ ਦਾ ਪਿਆਰ, ਰੱਬੀ ਗੁਣਾਂ ਦਾ ਪਿਆਰ। ਨਾਉ ਦਾ ਮਤਲਬ ਹੁਕਮ, ਮਨ ਦਾ ਮਤਲਬ ਮਨ ਵਿੱਚ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ, ਉਹਦੇ ਅੰਦਰ ਸਦਾ ਪ੍ਰਭੂ ਦਾ ਪਿਆਰ ਬਣਿਆ ਰਹਿੰਦਾ ਹੈ, ਰੱਬੀ ਗੁਣਾਂ ਦਾ ਪਿਆਰ ਬਣਿਆ ਰਹਿੰਦਾ ਹੈ। ਹਰ ਕਾ ਨਾਉ, ਨਾਉ ਦਾ ਮਤਲਬ ਹੁਕਮ, ਉਹਨੂੰ ਰੱਬੀ ਹੁਕਮ ਮਨ ਵਿੱਚ ਪਿਆਰਾ ਲੱਗਦਾ ਹੈ। ਭਾਇਆ ਦਾ ਮਤਲਬ ਪਿਆਰਾ ਲੱਗਦਾ ਹੈ, ਉਹਨੂੰ ਰੱਬ ਦਾ ਹੁਕਮ ਪਿਆਰਾ ਲੱਗਦਾ ਹੈ, ਰਜ਼ਾ ਪਿਆਰੀ ਲੱਗਦੀ ਹੈ। ਉਹ ਇਹ ਕੁਦਰਤ ਦੇ ਨੇਮਾਂ ਨੂੰ ਵੇਖਦਾ ਹੈ ਤੇ ਇਹਨਾਂ ਨੇਮਾਂ ਦੇ ਨਾਲ ਉਹ ਪਿਆਰ ਕਰਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਜੋ ਕੁਦਰਤੀ ਨਿਯਮਾਵਲੀ ਹੈ, ਇਸ ਨੂੰ ਟਾਲਿਆ ਨਹੀਂ ਜਾ ਸਕਦਾ, ਇਹਦੇ ਤੋਂ ਬਾਹਰ ਕੁਝ ਕੀਤਾ ਨਹੀਂ ਜਾ ਸਕਦਾ। ਉਹਨੂੰ ਇਹ ਨੇਮ ਬੜੇ ਪਿਆਰੇ ਲੱਗਦੇ ਨੇ, ਕਿਉਂਕਿ ਇਹਨਾਂ ਨੇਮਾਂ ਦੇ ਅੰਦਰ ਹੀ ਸਾਰਾ ਸੁੱਖ ਹੈ, ਆਨੰਦ ਹੈ, ਮੰਗਲ ਨੇ, ਖੁਸ਼ੀਆਂ ਨੇ, ਖੇੜੇ ਨੇ, ਸਾਰੀ ਵਿਗਾਸਤਾ ਹੈ, ਵਿਕਾਸਤਾ ਹੈ, ਜੋ ਕੁਝ ਵੀ ਹੈ ਰੱਬੀ ਹੁਕਮ ਦੇ ਅੰਦਰ ਹੈ। ਇਸ ਲਈ ਉਹਨੂੰ ਰੱਬ ਦਾ ਹੁਕਮ ਬੜਾ ਪਿਆਰਾ ਲੱਗਦਾ ਹੈ, ਔਰ ਉਹਦੇ ਅੰਦਰ ਰੱਬੀ ਗੁਣਾਂ ਦਾ ਪਿਆਰ ਬਣਿਆ ਰਹਿੰਦਾ ਹੈ। ਮਤਲਬ ਕਿ ਦਿਲੀ ਪਿਆਰ ਦੇ ਨਾਲ ਉਹ ਰੱਬੀ ਰਜ਼ਾ ਵਿੱਚ ਤੁਰਦਾ ਹੈ, ਔਰ ਦਿਲੀ ਪਿਆਰ ਰੱਬੀ ਗੁਣਾਂ ਦੇ ਨਾਲ ਕਰਦਾ ਹੈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਜਪ ਦਾ ਮਤਲਬ ਜਾਣਨਾ, ਜਪਤ ਦਾ ਮਤਲਬ ਸਾਂਝ ਬਣਾ ਕੇ, ਨਾਮ ਦਾ ਮਤਲਬ ਹੁਕਮ, ਸੁਖ ਪਾਇਆ ਦਾ ਮਤਲਬ ਸੁਖ ਪਾਉਂਦਾ ਹੈ। ਜੋ ਗੁਰਮੁਖ ਹੈ ਉਹਦੀ ਜੀਵਨੀ ਜਾਂ ਉਹਦੀ ਸੋਚ ਕੈਸੀ ਹੈ? ਗੁਰਮੁਖ ਵੇਖਣ ਬੋਲਣਾ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦਾ ਹੈ, ਉਹ ਪ੍ਰਭੂ ਨੂੰ ਹੀ ਹਰ ਥਾਂ ਤੇ ਵੇਖਦਾ ਹੈ, ਚਾਰ ਚੁਫੇਰੇ ਰੱਬ ਨੂੰ ਵੇਖਦਾ ਹੈ ਕਿ ਇਹ ਸਾਰਾ ਜਗਤ ਰੱਬ ਦਾ ਰੂਪ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਹਰ ਮਨੁੱਖ ਮਾਤਰ ਵਿੱਚ ਰੱਬ ਦੀ ਜੋਤ ਨੂੰ ਤੱਕਦਾ ਹੈ, ਜਾਤਾਂ ਵਗੈਰਾ ਨੂੰ ਨਹੀਂ ਵੇਖਦਾ। ਉਹ ਸਭ ਮਹਿ ਜੋਤ ਜੋਤ ਹੈ ਸੋਏ।
ਉਹ ਹਰ ਇਸਤਰੀ ਪੁਰਸ਼ ਦਾ ਸਤਕਾਰ ਰੱਬ ਜਿੰਨਾ ਕਰਦਾ ਹੈ। ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ, ਕਬੀਰ ਪੂੰਗਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ। ਉਹ ਹਰ ਇਸਤਰੀ ਨੂੰ, ਹਰ ਪੁਰਸ਼ ਨੂੰ ਰੱਬੀ ਰੂਪ ਜਾਣ ਕੇ ਉਹਨੂੰ ਵੇਖਦਾ ਹੈ। ਬੋਲਣਾ ਦਾ ਮਤਲਬ ਉਹ ਰੱਬੀ ਗੁਣਾ ਬਾਰੇ ਹੀ ਬੋਲਦਾ ਹੈ। ਜ਼ਬਾਨ ਦੇ ਨਾਲ ਜਦੋਂ ਵੀ ਉਹ ਬੋਲੇਗਾ, ਉਹਦੇ ਬੋਲਾਂ ਵਿੱਚ ਗੁਣ ਹੋਣਗੇ, ਉਹਦੇ ਬੋਲਾਂ ਵਿੱਚ ਸੱਚਾਈ ਹੋਏਗੀ, ਉਸ ਦੇ ਬੋਲਾਂ ਵਿੱਚ ਪਿਆਰ ਹੋਏਗਾ, ਉਹਦੇ ਬੋਲਾਂ ਦੇ ਅੰਦਰ ਰੱਬੀ ਹੁਕਮ ਦੇ ਬੋਲ ਹੋਣਗੇ, ਵਿਕਾਸਤਾ ਤੇ ਬੋਲ ਹੋਣਗੇ, ਵਿਗਾਸਤਾ ਦੇ ਬੋਲ ਹੋਣਗੇ, ਇਨਸਾਨੀਅਤ ਵਾਲੇ ਬੋਲ ਹੋਣਗੇ, ਨਿਰਭੈਤਾ ਨਿਰਵੈਰਤਾ ਦੇ ਬੋਲ ਹੋਣਗੇ। ਇਹ ਉਹਦੀ ਨਿਸ਼ਾਨੀ ਹੋਏਗੀ। ਗੁਰਮੁਖ ਵੇਖਣ ਬੋਲਣਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਚਾਰ ਚੁਫੇਰੇ ਪ੍ਰਭੂ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਤੱਕਦਾ ਔਰ ਰੱਬੀ ਸਿਫਤ ਸਲਾਹ ਕਰਦਾ ਹੈ। ਨਾਮ ਜਪਤ, ਜਪਤ ਦਾ ਮਤਲਬ ਸਾਂਝ ਬਣਾ ਕੇ, ਨਾਮ ਦਾ ਮਤਲਬ ਹੁਕਮ ਨਾਲ, ਰੱਬੀ ਗੁਣਾ ਦੇ ਨਾਲ, ਰੱਬੀ ਗੁਣਾ ਨਾਲ ਸਾਂਝ ਬਣਾ ਕੇ ਸੁਖ ਪਾਇਆ, ਉਹ ਇਨਸਾਨ ਸੁਖ ਪ੍ਰਾਪਤ ਕਰ ਲੈਂਦਾ ਹੈ। ਉਹਦੇ ਜੀਵਨ ਅੰਦਰ ਹਮੇਸ਼ਾ ਸੁਖ ਬਣਿਆ ਰਹਿੰਦਾ ਹੈ, ਆਤਮਿਕ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਗੁਣਾ ਦੀ ਗੱਲ ਕਰ ਰਿਹਾ ਹੈ, ਗੁਣਾ ਨੂੰ ਵੇਖ ਰਿਹਾ ਹੈ, ਗੁਣਾ ਬਾਰੇ ਬੋਲ ਰਿਹਾ ਹੈ, ਗੁਣਾ ਦਾ ਸੰਗ੍ਰਹਿਣ ਕਰ ਰਿਹਾ ਹੈ, ਗੁਣਾ ਵਾਲੀ ਜ਼ਿੰਦਗੀ ਜੀ ਰਿਹਾ ਹੈ। ਤਾਂ ਉਹਦੇ ਜੀਵਨ ਦੇ ਅੰਦਰ ਹਮੇਸ਼ਾ ਹਮੇਸ਼ਾ ਸੁਖ ਬਣਿਆ ਰਹਿੰਦਾ ਹੈ। ਤਾਂ ਦੇਖੋ ਕਿੰਨਾ ਸੋਹਣਾ ਫਾਰਮੂਲਾ ਹੈ ਸੁਖੀ ਹੋਣ ਦਾ, ਕਿੰਨਾ ਸੁੰਦਰ ਫਾਰਮੂਲਾ ਹੈ ਆਤਮਿਕ ਆਨੰਦ ਮਾਣਨ ਦਾ, ਕਿ ਜ਼ਿੰਦਗੀ ਜੀਣੀ ਤਾਂ ਹੈ ਹੀ ਹੈ, ਬੋਲਣਾ ਹੈ ਹੀ ਹੈ, ਅਸੀਂ ਇੱਕ ਦੂਜੇ ਦੇ ਨਾਲ ਵਿਹਾਰ ਤਾਂ ਕਰਨਾ ਹੀ ਹੈ, ਮਿਲਵਰਤਨ ਤਾਂ ਰੱਖਣਾ ਹੀ ਹੈ। ਤਾਂ ਫਿਰ ਸੱਚਾ ਮਿਲਵਰਤਨ ਰੱਖ ਲਓ, ਸੱਚ ਬੋਲ ਲਓ, ਪਿਆਰੇ ਬੋਲ ਬੋਲ ਲਓ, ਗੁਣਾ ਵਾਲੇ ਬੋਲ ਬੋਲ ਲਓ, ਗੁਣਾ ਵਾਲਾ ਬਿਹੇਵੀਅਰ ਬਣਾ ਲਓ, ਤਾਂ ਜੀਵਨ ਦੇ ਅੰਦਰ ਸੁਖ ਔਰ ਸ਼ਾਂਤੀ ਬਣੀ ਰਹੇ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਗਿਆਨ ਦਾ ਮਤਲਬ ਆਤਮਿਕ ਜੀਵਨ ਦੀ ਸੂਝ, ਕਾਮਨ ਸੈਂਸ। ਤਿਮਰ ਦਾ ਮਤਲਬ ਹਨੇਰਾ, ਤੇ ਅਗਿਆਨ ਦਾ ਮਤਲਬ ਆਤਮਿਕ ਜੀਵਨ ਵੱਲੋਂ ਬੇਸਮਝੀ। ਚੁਕਾਇਆ ਦਾ ਮਤਲਬ ਮੁੱਕ ਜਾਂਦਾ ਹੈ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਜੋ ਗੁਰੂ ਦੀ ਸ਼ਰਨ ਵਿੱਚ ਹੈ, ਜਿਸ ਨੇ ਗੁਰੂ ਤੋਂ ਗਿਆਨ ਦੀ ਦਾਤ ਲਈ ਹੈ, ਜਿਸ ਨੇ ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾ ਲਿਆ ਹੈ। ਤਾਂ ਗੁਰਮੁਖ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ। ਉਹਨੂੰ ਆਤਮਿਕ ਜੀਵਨ ਦੀ ਸੂਝ ਆ ਜਾਂਦੀ ਹੈ ਕਿ ਆਤਮਿਕ ਜੀਵਨ ਵਾਸਤਵ ਵਿੱਚ ਕੀ ਹੈ, ਕਿ ਜੇ ਮਨ ਬਚਨ ਔਰ ਕਰਮ ਕਰਕੇ ਇੱਕ ਹੋ ਜਾਈਏ ਤਾਂ ਇਹ ਇੱਕ ਹੋ ਜਾਣਾ ਕੀ ਹੈ, ਉਹਨੂੰ ਇਸ ਚੀਜ਼ ਦੀ ਸੂਝ ਮਿਲ ਜਾਂਦੀ ਹੈ ਕਿ ਮਨ ਬਚਨ ਔਰ ਕਰਮ ਕਰਕੇ ਗੁਨਾਹ ਦੇ ਧਾਰਨੀ ਹੋਣਾ ਚਾਹੀਦਾ। ਤਿਮਰ ਅਗਿਆਨ ਅੰਧੇਰ ਚੁਕਾਇਆ, ਤੇ ਸਹੀ ਜੀਵਨ ਦੀ ਸੂਝ ਵੱਲੋਂ ਜੋ ਬੇਸਮਝੀ ਸੀ ਨਾ, ਜੋ ਬੇਸਮਝੀ ਦਾ ਘੁੱਪ ਹਨੇਰਾ ਸੀ, ਉਹ ਮੁੱਕ ਜਾਂਦਾ ਹੈ। ਤਿਮਰ ਅਗਿਆਨ ਦਾ ਮਤਲਬ ਜੋ ਆਤਮਿਕ ਜੀਵਨ ਵੱਲੋਂ ਬੇਸਮਝੀ ਸੀ, ਅਗਿਆਨਤਾ ਦਾ ਹਨੇਰਾ ਸੀ, ਔਰ ਉਸ ਅਗਿਆਨਤਾ ਦੇ ਕਾਰਨ ਬੰਦਾ ਵੈਰ ਵਿਰੋਧ ਝੂਠ ਪਾਪ ਕਮਾਈ ਜਾ ਰਿਹਾ ਸੀ, ਈਰਖਾ ਦਵੇਸ਼ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ, ਲੱਭ ਲੋਭ ਵਾਲੀ ਜ਼ਿੰਦਗੀ ਗੁਜ਼ਾਰ ਰਿਹਾ ਸੀ, ਉਹ ਬੇਸਮਝੀ ਮੁੱਕ ਜਾਂਦੀ ਹੈ। ਇਹਨੂੰ ਸਮਝ ਆ ਜਾਂਦੀ ਹੈ ਕਿ ਮੇਰੇ ਜੀਵਨ ਦੇ ਅੰਦਰ ਦੁੱਖਾਂ ਦਾ ਕਾਰਨ ਆ ਸਾਰੇ ਪਾਪ ਵਿਕਾਰ ਨੇ। ਇਹ ਬੇਸਮਝੀ ਮੁੱਕ ਜਾਂਦੀ ਹੈ, ਉਹਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹਨੂੰ ਕਾਮਨ ਸੈਂਸ ਮਿਲ ਜਾਂਦੀ ਹੈ, ਉਹਦੇ ਅੰਦਰ ਗਿਆਨ ਦਾ ਚਾਨਣਾ ਹੋ ਜਾਂਦਾ ਹੈ, ਭਾਵ ਕਿ ਉਹਨੂੰ ਚੰਗੇ ਜੀਵਨ ਦੀ ਸੂਝ ਔਰ ਸਮਝ ਪ੍ਰਾਪਤ ਹੋ ਜਾਂਦੀ ਹੈ, ਤੇ ਫਿਰ ਉਹ ਚੰਗਾ ਜੀਵਨ ਜੀਂਦਾ ਹੈ। ਮਹਿਲਾ ਤੀਜਾ, ਮਨਮੁਖ ਮੈਲੇ ਮਰਹਿ ਗਵਾਰ। ਮੈਲੇ ਦਾ ਮਤਲਬ ਵਿਕਾਰੀ ਮਨ ਵਾਲੇ, ਜਿਨ੍ਹਾਂ ਦੇ ਅੰਦਰ ਖੋਟ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਝੂਠ ਹੈ, ਫਰੇਬ ਹੈ, ਲੱਭ ਹੈ, ਲੋਭ ਹੈ, ਲਾਲਚ ਹੈ, ਆਚਰਣਹੀਨਤਾ ਹੈ, ਪਸ਼ੂ ਬਿਰਤੀਆਂ ਨੇ, ਪਾਪ ਨੇ, ਅਪਰਾਧ ਨੇ, ਮੈਲੀ ਸੋਚ ਹੈ। ਗਵਾਰ ਦਾ ਮਤਲਬ ਕਮਲੇ, ਮੂਰਖ, ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ। ਮਰੇ ਦਾ ਮਤਲਬ ਮਰਦੇ ਨੇ, ਮਤਲਬ ਆਤਮਿਕ ਮੌਤ ਸਹਿੜ ਲੈਂਦੇ ਨੇ, ਆਤਮਿਕ ਮੌਤੇ ਮਰ ਜਾਂਦੇ ਨੇ। ਤਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਪ ਹੁਦਰੇ ਮਨੁੱਖ ਮੂਰਖ ਨੇ, ਵਿਕਾਰੀ ਮਨ ਵਾਲੇ ਨੇ, ਔਰ ਆਤਮਿਕ ਮੌਤ ਸਹਿੜ ਲੈਂਦੇ ਨੇ, ਆਤਮਿਕ ਮੌਤੇ ਮਰ ਜਾਂਦੇ ਨੇ।
ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਦੇਖੋ, ਆਪਾਂ ਰੋਜ਼ ਬੇਨਤੀ ਕਰ ਰਹੇ ਹਾਂ ਕਿ ਜੇ ਅਸੀਂ ਇਨਸਾਨ ਹਾਂ ਤਾਂ ਸਾਨੂੰ ਇਨਸਾਨ ਹੋ ਕੇ ਜੀਣਾ ਚਾਹੀਦਾ ਹੈ, ਇਨਸਾਨ ਬਣ ਕੇ ਜੀਣਾ ਚਾਹੀਦਾ ਹੈ, ਇਨਸਾਨੀਅਤ ਵਾਲੇ ਕਰਮ ਕਰਨੇ ਚਾਹੀਦੇ। ਤੇ ਜੇ ਅੰਦਰੋਂ ਇਨਸਾਨੀਅਤ ਮਰ ਜਾਏ ਤਾਂ ਫਿਰ ਬੰਦਾ ਵੇਖਣ ਨੂੰ ਇੱਕ ਬੰਦਾ ਰਹਿ ਜਾਂਦਾ ਹੈ, ਚੱਲਦੀ ਫਿਰਦੀ ਲਾਸ਼ ਬਣ ਜਾਂਦਾ ਹੈ। ਜਦੋਂ ਬੰਦਾ ਪਾਪ ਕਰਮ ਕਰਦਾ ਹੈ ਉਦੋਂ ਇਨਸਾਨ ਅੰਦਰੋਂ ਮਰ ਚੁੱਕਾ ਹੁੰਦਾ ਹੈ। ਆਤਮਿਕ ਮੌਤ ਸਹਿੜ ਲੈਂਦੇ ਨੇ ਉਹ ਲੋਕ ਜਿਹੜੇ ਲੋਕ ਮੈਲੇ ਨੇ, ਆਚਰਨਹੀਣੇ ਨੇ, ਪਾਪੀ ਔਰ ਵਿਕਾਰੀ ਨੇ। ਲੇਕਿਨ ਇਸ ਤੇ ਉਲਟ ਗੁਰਮੁਖ ਨਿਰਮਲ, ਹਰ ਰਾਖਿਆ ਉਰਤਾਰ। ਨਿਰਮਲ ਦਾ ਮਤਲਬ ਪਵਿੱਤਰ ਜੀਵਨ ਵਾਲੇ, ਉਰ ਦਾ ਮਤਲਬ ਹਿਰਦਾ ਯਾਨੀ ਮੈਂਟੈਲਿਟੀ, ਮਾਨਸਿਕਤਾ, ਸੋਚ। ਧਾਰ ਦਾ ਮਤਲਬ ਟਿਕਾ ਕੇ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਨੇ। ਉਹਨਾਂ ਦੇ ਕਰਮ ਪਵਿੱਤਰ ਨੇ, ਉਹਨਾਂ ਦਾ ਵੇਖਣਾ, ਉਹਨਾਂ ਦਾ ਬੋਲਣਾ, ਸੁਣਨਾ, ਕਰਮ ਕਰਨੇ, ਉਹਨਾਂ ਦਾ ਤੁਰਨਾ, ਉਹਨਾਂ ਦੇ ਜੀਵਨ ਦਾ ਰਾਸਤਾ ਪਵਿੱਤਰ ਹੈ। ਕਿਉਂ? ਹਰ ਰਾਖਿਆ ਉਰਤਾਰ, ਕਿਉਂਕਿ ਉਹਨਾਂ ਨੇ ਆਪਣੀ ਸੋਚ ਦੇ ਅੰਦਰ ਰੱਬ ਨੂੰ ਟਿਕਾਇਆ ਹੋਇਆ ਹੈ। ਉਹਨਾਂ ਨੇ ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਟਿਕਾਇਆ ਹੋਇਆ ਹੈ। ਤੇ ਜਿਹਦੀ ਸੋਚ ਦੇ ਅੰਦਰ ਜੋ ਕੁਝ ਹੋਏਗਾ ਨਾ, ਪ੍ਰਗਟ ਉਹ ਹੀ ਹੋਏਗਾ। ਜਿਸ ਨੇ ਆਪਣੀ ਸੋਚ ਦੇ ਅੰਦਰ ਸ਼ੁਭ ਗੁਣ ਟਿਕਾ ਲਏ, ਉਹਦੇ ਬੋਲਾਂ ਚੋਂ ਔਰ ਬਿਹੇਵੀਅਰ ਚੋਂ ਸ਼ੁਭ ਗੁਣ ਪ੍ਰਗਟ ਹੋਣਗੇ। ਤੇ ਜਿਸ ਨੇ ਆਪਣੀ ਸੋਚ ਦੇ ਅੰਦਰ ਕੋਈ ਮੈਲ ਵਿਕਾਰ ਟਿਕਾ ਲਈ, ਉਹਦੇ ਬੋਲਾਂ ਔਰ ਬਿਹੇਵੀਅਰ ਦੇ ਅੰਦਰੋਂ ਮੈਲ ਵਿਕਾਰ ਹੀ ਪ੍ਰਗਟ ਹੋਣਗੇ ਤੇ ਵੈਸਾ ਹੀ ਫਲ ਮਿਲੇਗਾ। ਇਸ ਲਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਪਵਿੱਤਰ ਜੀਵਨ ਵਾਲੇ ਨੇ। ਕਿਉਂ? ਕਿ ਉਹਨਾਂ ਨੇ ਆਪਣੀ ਸੋਚ ਦੇ ਅੰਦਰ ਰੱਬ ਨੂੰ ਵਸਾਇਆ ਹੋਇਆ ਹੈ। ਉਹਨਾਂ ਦੀ ਸੋਚ ਰੱਬ ਵਰਗੀ ਹੈ, ਉਹਨਾਂ ਦੀ ਸੋਚ ਵਿਸ਼ਾਲ ਹੈ, ਉਹਨਾਂ ਦੀ ਸੋਚ ਗੁਣਾਂ ਵਾਲੀ ਹੈ। ਭਨਤ ਨਾਨਕ ਸੁਣੋ ਜਨ ਭਾਈ। ਭਨਤ ਦਾ ਮਤਲਬ ਆਖਦਾ ਹੈ, ਬੋਲਦਾ ਹੈ। ਜਨ ਭਾਈ ਦਾ ਮਤਲਬ ਹੈ ਜਨੋ, ਹੈ ਭਾਈ। ਭਨਤ ਨਾਨਕ ਦਾ ਮਤਲਬ ਨਾਨਕ ਆਖਦਾ ਹੈ। ਨਾਨਕ ਦੇ ਕੱਕੇ ਥੱਲੇ ਔਂਕੜ ਹੈ ਨਾ, ਤਾਂ ਇੱਥੇ ਨਾਨਕ ਕਰਤਾ ਕਾਰਕ ਇੱਕ ਵਚਨ ਹੈ। ਗੁਰੂ ਜੀ ਆਪ ਕਹਿ ਰਹੇ ਨੇ, ਭਨਤ ਨਾਨਕ, ਨਾਨਕ ਆਖਦਾ ਹੈ। ਸੁਣੋ ਜਨ ਭਾਈ, ਹੇ ਭਾਈ ਜਨੋ, ਹੇ ਮੇਰੇ ਭਰਾਵੋ, ਸਰਵਣ ਕਰੋ। ਸਤਿਗੁਰ ਸੇਵਿਓ ਹਉਮੈ ਮਲ ਜਾਈ। ਸੇਵਿਓ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਰਹੋ। ਸੇਵਿਓ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਰਹੋ। ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਇੰਪਲੀਮੈਂਟ ਕਰਦੇ ਰਹੋ, ਅਪਣਾਉਂਦੇ ਰਹੋ। ਗੁਰੂ ਦੇ ਸਿਧਾਂਤਾਂ ਦੇ ਧਾਰਨੀ ਬਣੇ ਰਹੋ। ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਏਗਾ? ਇਸ ਤਰ੍ਹਾਂ ਕਰਨ ਦੇ ਨਾਲ ਹੋਏਗਾ ਹਉਮੈ ਮਲ ਜਾਈ। ਹਉਮੈ ਦੀ ਮੈਲ ਜਿਹੜੀ ਹੈ ਉਹ ਚਲੀ ਜਾਏਗੀ। ਸਤਿਗੁਰ ਸੇਵਿਓ ਹਉਮੈ ਮਲ ਜਾਈ। ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਰਹੋ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਅੰਦਰੋਂ ਹਉਮੈ ਦੀ ਮੈਲ ਚਲੀ ਜਾਏਗੀ। ਤਾਂ ਦੇਖੋ, ਹਉਮੈ ਦੀ ਮੈਲ ਚਲੀ ਜਾਏ, ਇਸ ਵਾਸਤੇ ਜ਼ਰੂਰਤ ਹੈ ਕਿ ਅਸੀਂ ਗੁਰੂ ਦੇ ਰਾਹਾਂ ਦੇ ਉੱਤੇ ਚੱਲਦੇ ਰਹੀਏ। ਅੰਦਰ ਸੰਸਾ ਦੁਖ ਵਿਆਪੇ, ਸਿਰ ਧੰਦਾ ਨਿਤ ਮਾਰ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਸੰਸਾ ਦਾ ਮਤਲਬ ਸਹਿਮ, ਚਿੰਤਾ। ਵਿਆਪੇ ਦਾ ਮਤਲਬ ਜ਼ੋਰ ਪਾਈ ਰੱਖਦਾ ਹੈ। ਸਿਰ ਦਾ ਮਤਲਬ ਸਿਰ ਉੱਤੇ। ਧੰਦਾ ਦਾ ਮਤਲਬ ਕਜੀਆ। ਮਾਰ ਦਾ ਮਤਲਬ ਖਪਾਣਾ ਯਾਨੀ ਦੁੱਖ। ਹੁਣ ਜੋ ਧੰਦਾ ਹੈ ਨਾ, ਇਹਨੂੰ ਆਪਾਂ ਸਮਝਣ ਦਾ ਥੋੜਾ ਜਿਹਾ ਯਤਨ ਕਰਨਾ ਹੈ। ਅਸਲ ਦੇ ਵਿੱਚ ਬੰਦਾ ਕੰਮ ਕਰਦਾ ਹੈ। ਅਸੀਂ ਜ਼ਿੰਦਗੀ ਵਿੱਚ ਜੋ ਕੁਝ ਵੀ ਕਰ ਰਹੇ ਹਾਂ ਨਾ, ਕੰਮ ਕਰ ਰਹੇ ਹਾਂ। ਚਾਹੇ ਅਸੀਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਬੋਲ ਰਹੇ ਹਾਂ, ਜਾਂ ਕੋਈ ਕੰਮ ਕਰ ਰਹੇ ਹਾਂ, ਦੁਕਾਨ ਕਰਦੇ ਹਾਂ, ਹਲ ਵਾਹੁੰਦੇ ਹਾਂ, ਖੇਤੀ ਕਰਦੇ ਹਾਂ, ਵਪਾਰ ਕਰਦੇ ਹਾਂ, ਸਾਡਾ ਬਿਹੇਵੀਅਰ ਹੈ, ਜੌਬ ਕਰਦੇ ਹਾਂ, ਇਹ ਸਾਰਾ ਕੁਝ ਕੰਮ ਹੈ ਨਾ। ਤਾਂ ਇਹ ਜੋ ਕੰਮ ਨੇ, ਅੱਗੋਂ ਇਹਦੇ ਦੋ ਰੂਪ ਨੇ, ਇੱਕ ਦੁਕ੍ਰਿਤ ਔਰ ਇੱਕ ਸੁਕ੍ਰਿਤ। ਇਹ ਕੰਮ ਹੀ ਭਗਤੀ ਬਣ ਜਾਂਦੇ ਨੇ ਔਰ ਕੰਮ ਹੀ ਜੰਜਾਲ ਬਣ ਜਾਂਦੇ ਨੇ। ਕੰਮ ਕਰਨ ਦਾ ਢੰਗ ਹੈ। ਜੇ ਅਸੀਂ ਸੱਚ ਨੂੰ ਬੇਸ ਬਣਾ ਕੇ ਕੰਮ ਕਰਾਂਗੇ, ਸਾਡੇ ਕੰਮਾਂ ਦਾ ਬੇਸ ਜੇ ਸੱਚ ਹੈ, ਤਾਂ ਉਹ ਜੋ ਕਰਮ ਨੇ ਸੁਕ੍ਰਿਤ ਹੋ ਜਾਏਗੀ, ਧਰਮ ਦੀ ਕਿਰਤ ਹੋ ਜਾਏਗੀ। ਤੇ ਜੇ ਅਸੀਂ ਝੂਠ ਨੂੰ ਬੇਸ ਬਣਾ ਕੇ ਕਰਮ ਕਰਾਂਗੇ, ਲੱਭ ਲੋਭ ਨੂੰ, ਤਾਂ ਫਿਰ ਉਹ ਦੁਕ੍ਰਿਤ ਹੋ ਜਾਏਗੀ, ਮਾੜੇ ਕਰਮ ਹੋ ਜਾਣਗੇ।
ਤੇ ਸਾਡੇ ਉਹ ਕਰਮ ਹੀ ਸਾਡੀ ਜ਼ਿੰਦਗੀ ਵਾਸਤੇ ਜੰਜਾਲ ਬਣ ਜਾਣਗੇ, ਦੁੱਖਾਂ ਦਾ ਕਾਰਨ ਬਣ ਜਾਣਗੇ। ਤੇ ਜੇ ਸੱਚ ਨੂੰ ਬੇਸ ਬਣਾ ਕੇ ਕਰਮ ਕਰਾਂਗੇ ਤੇ ਸੱਚ ਨੂੰ ਬੇਸ ਬਣਾ ਕੇ ਕੀਤੇ ਕਰਮ ਹੀ ਰੱਬ ਦੀ ਭਗਤੀ ਬਣ ਜਾਏਗੀ ਔਰ ਸਾਡੇ ਸੁੱਖਾਂ ਦਾ ਕਾਰਨ ਬਣ ਜਾਣਗੇ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ, ਆਪ ਹੁਦਰੇ ਨੇ, ਉਹਨਾਂ ਦੇ ਅੰਦਰ ਸਹਿਮ ਔਰ ਕਲੇਸ਼ ਜ਼ੋਰ ਪਾਈ ਰੱਖਦਾ ਹੈ, ਸੰਸਾ ਉਹਨਾਂ ਨੂੰ ਵਿਆਪਦਾ ਰਹਿੰਦਾ ਹੈ। ਸਿਰ ਧੰਦਾ ਨਿਤਮਾਰ, ਉਹਨਾਂ ਦੇ ਸਿਰ ਤੇ ਕਜੀਆ ਖਪਾਣਾ ਬਣਿਆ ਹੀ ਰਹਿੰਦਾ ਹੈ। ਭਾਵ ਕਿ ਉਹ ਆਪਣੇ ਕਰਮਾਂ ਕਰਕੇ ਆਪ ਹਮੇਸ਼ਾ ਹਮੇਸ਼ਾ ਦੁਖੀ ਔਰ ਅਸ਼ਾਂਤ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਸੱਚ ਨੂੰ ਵਿਸਾਰ ਦਿੱਤਾ ਹੁੰਦਾ ਹੈ, ਉਹਨਾਂ ਨੇ ਸੰਤੋਖ ਨੂੰ ਵਿਸਾਰ ਦਿੱਤਾ ਹੁੰਦਾ ਹੈ। ਇਸ ਕਰਕੇ ਉਹਨਾਂ ਦੇ ਅੰਦਰ ਸੰਸਾ ਵੀ ਹੈ, ਦੁੱਖ ਵੀ ਹੈ, ਔਰ ਇਹ ਕਜੀਆ ਖਪਾਣਾ ਹਮੇਸ਼ਾ ਹੀ ਉਹਨਾਂ ਦੇ ਸਿਰ ਤੇ ਟਿਕਿਆ ਰਹਿੰਦਾ ਹੈ, ਉਹ ਦੁਖੀ ਰਹੀ ਜਾਂਦੇ ਨੇ। ਦੂਜੇ ਭਾਏ ਸੁੱਤੇ, ਸੁੱਤੇ ਨਹੀਂ ਸੂਤੇ, ਦੂਜੇ ਭਾਏ ਸੂਤੇ, ਕਬਹੂ ਨਾ ਜਾਗਹਿ ਮਾਇਆ ਮੋਹ ਪਿਆਰ। ਦੂਜੇ ਭਾਏ ਦਾ ਮਤਲਬ ਦੂਜੇ ਪਿਆਰ ਵਿੱਚ, ਮਾਇਆ ਦੇ ਪਿਆਰ ਵਿੱਚ। ਇੱਕ ਤੇ ਹੈ ਰੱਬੀ ਗੁਣਾਂ ਦਾ ਪਿਆਰ, ਚੰਗੀ ਉੱਚੀ ਸੋਚ ਦਾ ਪਿਆਰ। ਇੱਕ ਪਿਆਰ ਹੈ ਗੁਰੂ ਦੀ ਬਾਣੀ ਨਾਲ, ਗੁਰੂ ਦੇ ਸਿਧਾਂਤਾਂ ਨਾਲ। ਤੇ ਦੂਜਾ ਪਿਆਰ ਉਸ ਸੋਚ ਦੇ ਨਾਲ ਹੈ, ਜਿਹੜੀ ਸੋਚ ਸਾਨੂੰ ਰੱਬ ਤੋਂ ਦੂਰ ਲੈ ਜਾਂਦੀ ਹੈ, ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜੋ ਸੋਚ ਸਾਨੂੰ ਵਿਕਾਰਾਂ ਵੱਲ ਪ੍ਰੇਰਦੀ ਹੈ, ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਹਨੂੰ ਕਹਿੰਦੇ ਨੇ ਦੂਜਾ ਭਾਵ। ਤਾਂ ਗੁਰੂ ਜੀ ਕਹਿੰਦੇ ਨੇ, ਮਾਇਆ ਦੇ ਪਿਆਰ ਵਿੱਚ ਫਸ ਕੇ ਕਬਹੂ ਨਾ ਜਾਗੇ, ਸਹੀ ਜੀਵਨ ਵੱਲੋਂ ਸੁੱਤੇ ਰਹਿੰਦੇ ਨੇ, ਗਾਫਲ ਰਹਿੰਦੇ ਨੇ, ਅਚੇਤ ਰਹਿੰਦੇ ਨੇ, ਕਦੇ ਵੀ ਨਹੀਂ ਜਾਗਦੇ, ਕਦੇ ਵੀ ਹੋਸ਼ ਨਹੀਂ ਕਰਦੇ, ਸੁਚੇਤ ਨਹੀਂ ਹੁੰਦੇ, ਮਾੜੇ ਕਰਮ ਹੀ ਕਰੀ ਜਾਂਦੇ ਨੇ, ਅਚੇਤ ਰਹੀ ਜਾਂਦੇ ਨੇ, ਗਾਫਲ ਰਹੀ ਜਾਂਦੇ ਨੇ, ਲਾਪਰਵਾਹ ਰਹਿੰਦੇ ਨੇ ਚੰਗੇ ਜੀਵਨ ਵੱਲੋਂ, ਕਦੇ ਵੀ ਨਹੀਂ ਜਾਗਦੇ, ਕਿਉਂਕਿ ਗੁਰੂ ਦੇ ਦੱਸੇ ਰਾਹ ਤੇ ਕਦੇ ਤੁਰਦੇ ਹੀ ਨਹੀਂ। ਨਾਮ ਨਾ ਚੇਤ ਹੈ, ਸ਼ਬਦ ਨਾ ਵਿਚਾਰ ਹੈ, ਇਹ ਮਨਮੁਖ ਕਾ ਵਿਚਾਰ। ਨਾ ਚੇਤੇ ਦਾ ਮਤਲਬ ਚੇਤਦੇ ਨਹੀਂ, ਯਾਦ ਨਹੀਂ ਕਰਦੇ। ਵਿਚਾਰ ਦਾ ਮਤਲਬ ਸੋਚਣ ਦਾ ਢੰਗ। ਜੋ ਆਪ ਹੁਦਰੇ ਮਨੁੱਖ ਨੇ, ਮਾਇਆ ਦਾ ਮੋਹ ਔਰ ਮਾਇਆ ਦਾ ਪਿਆਰ ਉਹਨਾਂ ਦੇ ਅੰਦਰ ਇੰਨਾ ਪ੍ਰਬਲ ਹੁੰਦਾ ਹੈ, ਇੰਨਾ ਉਹਦੇ ਉੱਤੇ ਜ਼ੋਰ ਪਾਇਆ ਹੁੰਦਾ ਹੈ ਕਿ ਉਹ ਕਦੇ ਵੀ ਰੱਬੀ ਹੁਕਮ ਨੂੰ ਚੇਤੇ ਨਹੀਂ ਕਰਦੇ, ਰੱਬੀ ਗੁਣਾਂ ਨੂੰ ਚੇਤੇ ਨਹੀਂ ਕਰਦੇ। ਸ਼ਬਦ ਨਾ ਵਿਚਾਰੇ, ਜੋ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਹੈ ਉਹਦਾ ਕਦੇ ਵਿਚਾਰ ਨਹੀਂ ਕਰਦੇ। ਗੁਰੂ ਦੇ ਉਪਦੇਸ਼ ਬਾਰੇ, ਗੁਰੂ ਗਿਆਨ ਬਾਰੇ, ਰੱਬੀ ਹੁਕਮ ਬਾਰੇ ਕਦੇ ਉਹ ਵਿਚਾਰ ਵੀ ਨਹੀਂ ਕਰਦੇ। ਇਹ ਮਨਮੁਖ ਦਾ ਵਿਚਾਰ, ਜੋ ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹੋ ਜਿਹਾ ਬਣ ਜਾਂਦਾ ਹੈ। ਵਿਚਾਰ ਦਾ ਮਤਲਬ ਸੋਚਣ ਦਾ ਢੰਗ, ਉਹਨਾਂ ਦੇ ਸੋਚਣ ਦਾ ਢੰਗ ਹੀ ਇਹੋ ਜਿਹਾ ਬਣ ਜਾਂਦਾ ਹੈ। ਨਾਮ ਦਾ ਮਤਲਬ ਹੁਕਮ, ਨਾ ਤਾਂ ਉਹ ਕਦੇ ਹੁਕਮ ਬਾਰੇ ਚੇਤਦੇ ਨੇ, ਸੁਚੇਤ ਨਹੀਂ ਹੁੰਦੇ ਕਿ ਅਸੀਂ ਰੱਬੀ ਹੁਕਮ ਵਿੱਚ ਤੁਰਨਾ ਹੈ, ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਨਾ ਹੈ। ਸ਼ਬਦ ਨਾ ਵਿਚਾਰੇ, ਗੁਰੂ ਦੇ ਗਿਆਨ ਦੀ ਵਿਚਾਰ ਵੀ ਨਹੀਂ ਕਰਦੇ, ਸਿਫਤ ਸਲਾਹ ਦੀ ਬਾਣੀ ਨਹੀਂ ਵਿਚਾਰਦੇ। ਇਹ ਮਨਮੁਖ ਦਾ ਵਿਚਾਰ, ਇਹ ਮਨੁੱਖ ਜਿਹੜਾ ਹੈ ਨਾ, ਮਨਮੁਖ ਆਪ ਖੁਦਰਾ, ਉਹਦੇ ਸੋਚਣ ਦਾ ਢੰਗ ਹੀ ਐਸਾ ਬਣ ਜਾਂਦਾ, ਉਹ ਚੰਗਾ ਸੋਚਦਾ ਹੀ ਨਹੀਂ, ਉਹ ਚੰਗੇ ਪਾਸੇ ਧਿਆਨ ਨਹੀਂ ਦਿੰਦਾ। ਕੁਦਰਤ ਦੇ ਜੇ ਨਿਯਮਾਂ ਦੀ ਗੱਲ ਕਰੀਏ ਤਾਂ ਦੇਖੋ ਕਿਤਨੇ ਅਚੇਤ ਨੇ ਨਾ ਲੋਕ, ਬਹੁ ਗਿਣਤੀ ਜੋ ਹੈ, ਬਹੁ ਗਿਣਤੀ ਕਿਤਨੇ ਅਚੇਤ ਨੇ ਕਿ ਪਵਨ ਦੇ ਅੰਦਰ ਪੋਲੂਸ਼ਨ ਫੈਲਾਇਆ ਜਾ ਰਿਹਾ ਹੈ। ਹਾਲਾਂਕਿ ਹਵਾ ਦੇ ਵਿੱਚ ਅਸਾਂ ਸਾਹ ਲੈਣਾ ਹੈ, ਇਸ ਸਾਹ ਦੇ ਨਾਲ ਸਾਨੂੰ ਜ਼ਿੰਦਗੀ ਮਿਲਣੀ ਹੈ। ਜੇ ਹਵਾ ਦੇ ਅੰਦਰ ਪੋਲੂਸ਼ਨ ਹੋਏਗਾ, ਧੂਆਂ ਹੋਏਗਾ, ਅਸੀਂ ਸਾਹ ਲਵਾਂਗੇ ਤਾਂ ਇਹਦੇ ਨਾਲ ਅਸੀਂ ਬਿਮਾਰ ਹੋਵਾਂਗੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਿਮਾਰ ਹੋਣਗੀਆਂ। ਗਰਭਵਤੀ ਔਰਤਾਂ ਜੇ ਇਹੋ ਜਿਹੀ ਪੋਲੂਸ਼ਨ ਵਾਲੀ ਹਵਾ ਵਿੱਚ ਸਵਾਸ ਲੈਣਗੀਆਂ ਤਾਂ ਸਾਡੇ ਆਉਣ ਵਾਲੇ ਬੱਚੇ ਬਿਮਾਰ ਹੋਣਗੇ। ਪਰ ਕਦੇ ਕਿਸੇ ਨੇ ਸੋਚਿਆ ਇਸ ਪਾਸੇ? ਕਦੇ ਸੋਚਿਆ? ਆਮ ਜਨਤਾ ਨੇ, ਕੁਝ ਲੋਕ ਨੇ ਨਾ ਜੋ ਸੋਚ ਰਹੇ ਨੇ, ਰੌਲਾ ਪਾ ਰਹੇ ਨੇ, ਲੇਕਿਨ ਆਮ ਤਾਂ ਨਹੀਂ ਸੋਚ ਰਿਹਾ। ਜਿੱਥੋਂ ਤੱਕ ਤੁਸੀਂ ਪੈਦਲ ਜਾ ਸਕਦੇ ਹੋ, ਉੱਥੇ ਮੋਟਰਸਾਈਕਲ ਕਾਰ ਲੈ ਕੇ ਨਾ ਜਾਓ, ਸਾਈਕਲ ਤੇ ਚਲੇ ਜਾਓ। ਪਾਣੀ ਗੰਧਲਾ ਹੋ ਰਿਹਾ ਹੈ, ਪਾਣੀ ਖਤਮ ਹੋ ਜਾਏਗਾ ਤਾਂ ਪੀਣ ਵਾਸਤੇ ਪਾਣੀ ਨਹੀਂ ਮਿਲੇਗਾ।
ਲੇਕਿਨ ਕੁਝ ਲੋਕ ਰੌਲਾ ਪਾ ਰਹੇ ਨੇ ਕਿ ਪਾਣੀ ਦੀ ਬੂੰਦ ਬੂੰਦ ਬਚਾਓ, ਨਹੀਂ ਤਾਂ ਤਰਸੋਗੇ, ਆਉਣ ਵਾਲੀਆਂ ਪੀੜ੍ਹੀਆਂ ਪਿਆਸ ਦੇ ਨਾਲ ਮਰਨਗੀਆਂ। ਲੇਕਿਨ ਆਮ ਬੰਦਾ ਨਹੀਂ ਨਾ ਸੋਚ ਰਿਹਾ ਇਸ ਬਾਰੇ। ਮਾਤਾ ਧਰਤ ਮਹੱਤ ਕਿਵੇਂ ਅਸੀਂ ਧਰਤੀ ਦੇ ਉੱਤੇ ਗੰਦਗੀ ਪਾ ਰਹੇ ਹਾਂ। ਚੰਦ ਕੁ ਲੋਕ ਨੇ ਜੋ ਸੋਚ ਰਹੇ ਨੇ ਰੁੱਖ ਨਾ ਕੱਟੋ, ਰੁੱਖ ਲਗਾਓ, ਲੇਕਿਨ ਆਮ ਬੰਦਾ ਨਹੀਂ ਸੋਚ ਰਿਹਾ। ਉਸ ਦਿਨ ਅੱਖਾਂ ਖੁੱਲਣਗੀਆਂ ਜਿਸ ਦਿਨ ਸਾਰੇ ਰੁੱਖ ਖਤਮ ਹੋ ਜਾਣਗੇ, ਸਾਰੇ ਜੀਵ ਜੰਤ ਮੁੱਕ ਜਾਣਗੇ, ਪਾਣੀ ਖਤਮ ਹੋ ਜਾਏਗਾ, ਤੇ ਉਸ ਦਿਨ ਬੰਦੇ ਨੂੰ ਹੋਸ਼ ਆਵੇਗੀ ਕਿ ਡਾਲਰ, ਪੌਂਡ ਔਰ ਰੁਪਈਏ ਖਾਦੇ ਨਹੀਂ ਜਾ ਸਕਦੇ, ਇਹਨਾਂ ਨੂੰ ਖਾ ਕੇ ਭੁੱਖ ਨਹੀਂ ਮਿਟਾਈ ਜਾ ਸਕਦੀ। ਤੇ ਉਦੋਂ ਹੋਸ਼ ਆਈ ਤੇ ਕੀ ਆਈ। ਇਸੇ ਨੂੰ ਕਹਿੰਦੇ ਨੇ ਨਾਮ ਨਾ ਚੇਤੇ। ਨਾਮ ਦਾ ਮਤਲਬ ਰੱਬੀ ਹੁਕਮ, ਕੁਦਰਤ ਦੀ ਨਿਯਮਾਵਲੀ। ਇਹਦੇ ਬਾਰੇ ਆਪ ਖੁਦਰਾ ਮਨੁੱਖ ਕਦੇ ਸੋਚਦੇ ਹੀ ਨਹੀਂ। ਸ਼ਬਦ ਨਾ ਵਿਚਾਰੇ, ਔਰ ਜੋ ਸਿਫਤ ਸਲਾਹ ਦੀ ਬਾਣੀ ਹੈ, ਰੱਬ ਦੇ ਗੁਣ ਨੇ, ਉਹਨਾਂ ਬਾਰੇ ਵਿਚਾਰ ਨਹੀਂ ਕਰਦੇ। ਉਹ ਵਿਚਾਰ ਵਿੱਚ ਹੀ ਨਹੀਂ ਹਨ, ਸੋਚ ਵਿੱਚ ਹੀ ਨਹੀਂ ਕਿ ਮੈਂ ਸਤ, ਸੰਤੋਖ, ਦਇਆ, ਧਰਮ, ਧੀਰਜ ਦੇ ਧਾਰਨੀ ਹੋਣਾ ਹੈ। ਇਹਨਾਂ ਗੁਣਾਂ ਨੂੰ ਵਿਸਾਰ ਕੇ ਅਵਗੁਣਾਂ ਵਾਲੀ ਜ਼ਿੰਦਗੀ ਬਹੁ ਗਿਣਤੀ ਜੀ ਰਹੀ ਹੈ। ਚੰਦ ਲੋਕ ਨੇ ਜੋ ਕੂਕ ਰਹੇ ਨੇ ਗੁਣਾਂ ਦੀ ਵਰਤੋਂ ਕਰੋ, ਪਰ ਜਿਹੜੇ ਨਹੀਂ ਚੇਤ ਰਹੇ, ਅਚੇਤ ਨੇ, ਤਾਂ ਉਹਦਾ ਰਿਜ਼ਲਟ ਕੀ ਨਿਕਲ ਰਿਹਾ ਹੈ। ਪਰਿਵਾਰ ਬਿਖਰ ਰਹੇ ਨੇ, ਪਤੀ ਪਤਨੀ ਦੀਆਂ ਤਲਾਕਾਂ ਹੋ ਰਹੀਆਂ ਨੇ, ਭਰਾ ਭਰਾਵਾਂ ਦੇ ਕਤਲ ਕਰ ਰਹੇ ਨੇ, ਭੈਣਾਂ ਭੈਣਾਂ ਤੋਂ ਦੂਰ ਜਾ ਰਹੀਆਂ ਨੇ। ਇੱਕ ਮਨੁੱਖ ਦੇ ਅੰਦਰ ਦੂਜੇ ਮਨੁੱਖ ਵਾਸਤੇ ਪ੍ਰੀਤ ਖਤਮ ਹੁੰਦੀ ਜਾ ਰਹੀ ਹੈ, ਔਰ ਬੰਦਾ ਬੰਦੇ ਦਾ ਵੈਰੀ ਬਣਦਾ ਜਾ ਰਿਹਾ। ਔਰ ਹਾਲਾਤ ਇਹ ਹੈ ਕਿ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕ ਵੀ ਇਸੇ ਵਹਿਣ ਦੇ ਅੰਦਰ ਵਹੇ ਹੋਏ ਤੁਹਾਨੂੰ ਨਜ਼ਰੀ ਪੈਣਗੇ। ਗੁਰੂ ਜੀ ਕਹਿੰਦੇ ਨੇ ਮਨਮੁਖ ਦਾ ਵਿਚਾਰ ਮਨਮੁਖ ਦੇ ਸੋਚਣ ਦਾ ਢੰਗ ਹੈ। ਬਹੁ ਗਿਣਤੀ ਐਵੇਂ ਸੋਚ ਰਹੀ ਹੈ। ਤੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹਨਾਂ ਦੇ ਵਿਚਾਰ ਉੱਚੇ ਸੁੱਚੇ ਹੁੰਦੇ ਨੇ। ਇਹ ਸਾਡੇ ਦੁੱਖਾਂ ਦਾ ਕਾਰਨ ਹੈ ਕਿ ਮਨੁੱਖ ਰੱਬੀ ਹੁਕਮ ਬਾਰੇ ਨਹੀਂ ਸੋਚਦੇ, ਸਿਫਤ ਸਲਾਹ ਦੀ ਬਾਣੀ ਦੀ ਵਿਚਾਰ ਨਹੀਂ ਕਰਦੇ। ਆਪ ਖੁਦਰੇ ਮਨੁੱਖ ਦੇ ਸੋਚਣ ਦਾ ਢੰਗ ਹੀ ਐਸਾ ਬਣ ਜਾਂਦਾ ਹੈ, ਤੇ ਉਹਦੀ ਜੋ ਸੋਚ ਹੈ ਉਹ ਉਹਨੂੰ ਖੱਜਲ ਔਰ ਖੁਆਰ ਕਰਦੀ ਰਹਿੰਦੀ ਹੈ। ਤੇ ਰਿਜ਼ਲਟ ਕੀ ਨਿਕਲਦਾ ਹੈ? ਹਰ ਨਾਮ ਨਾ ਪਾਇਆ, ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਪਾਇਆ ਦਾ ਮਤਲਬ ਚੰਗਾ ਲੱਗਾ, ਹਰ ਨਾਮ ਨਾ ਪਾਇਆ, ਨਾ ਪਾਇਆ ਦਾ ਮਤਲਬ ਚੰਗਾ ਨਾ ਲੱਗਾ। ਹਰ ਨਾਮ ਦਾ ਮਤਲਬ ਰੱਬੀ ਹੁਕਮ, ਰੱਬੀ ਸਿਫਤ ਸਲਾਹ। ਜਮ ਦਾ ਮਤਲਬ ਆਤਮਿਕ ਮੌਤ, ਮਾਰ ਦਾ ਮਤਲਬ ਮਾਰ ਕੇ, ਸਹੀ ਆਤਮ ਜੀਵਨ ਮੁਕਾ ਕੇ, ਖੁਆਰ ਦਾ ਮਤਲਬ ਦੁਖੀ। ਹਰ ਨਾਮ ਨਾ ਪਾਇਆ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦਾ ਹੁਕਮ ਚੰਗਾ ਨਹੀਂ ਲੱਗਦਾ, ਪ੍ਰਭੂ ਦੇ ਗੁਣ ਚੰਗੇ ਨਹੀਂ ਲੱਗਦੇ, ਯਾਨੀ ਕੁਦਰਤ ਦੀ ਨਿਯਮਾਵਲੀ ਨਾਲ ਜਿਹੜੇ ਪਿਆਰ ਨਹੀਂ ਕਰਦੇ, ਰੱਬੀ ਗੁਣ ਚੰਗੇ ਨਹੀਂ ਲੱਗਦੇ। ਹੁਣ ਜੇ ਚੰਗੇ ਲੱਗਣ ਤੇ ਬੰਦਾ ਅਪਣਾਏ ਨਾ ਗੁਣਾਂ ਨੂੰ। ਜਿਹੜੀ ਚੀਜ਼ ਚੰਗੀ ਲੱਗਦੀ ਅਸੀਂ ਉਹ ਖਰੀਦਦੇ ਹਾਂ, ਜੋ ਬੰਦਾ ਸਾਨੂੰ ਚੰਗਾ ਲੱਗੇ ਉਹਦੇ ਨਾਲ ਅਸੀਂ ਮਿਲਵਰਤਨ ਬਣਾਉਂਦੇ ਹਾਂ। ਜੇ ਰੱਬੀ ਗੁਣ ਚੰਗੇ ਲੱਗਦੇ ਹੋਣ ਬੰਦੇ ਨੂੰ, ਤਾਂ ਫਿਰ ਇਹਨਾਂ ਗੁਣਾਂ ਦੀ ਵਰਤੋਂ ਕਰੇ, ਸੱਚ ਬੋਲੇ, ਦਇਆ ਕਰੇ, ਪਿਆਰ ਕਰੇ, ਮੁਹੱਬਤ ਕਰੇ, ਇਨਸਾਨੀਅਤ ਪੈਦਾ ਕਰੇ। ਬੰਦੇ ਨੂੰ ਇਹ ਗੁਣ ਚੰਗੇ ਲੱਗਣ ਤਾਂ ਹੈ ਨਾ। ਨਿਯਮਾਵਲੀ ਚੰਗੀ ਲੱਗੇ ਤਾਂ ਇਹ ਨਿਯਮਾਵਲੀ ਦੇ ਵਿੱਚ ਚੱਲੇ। ਜੇ ਇਹਨੂੰ ਇਹ ਚੰਗੇ ਲੱਗਦੇ ਹੁੰਦੇ ਰੁੱਖ ਦਰਖਤ, ਇਹਨੂੰ ਇਹਨਾਂ ਨਿਯਮਾਵਲੀ ਦਾ ਪਤਾ ਹੁੰਦਾ, ਤਾਂ ਫਿਰ ਇਹ ਰੁੱਖਾਂ ਦਰਖਤਾਂ ਨੂੰ ਕਿਉਂ ਕੱਟਦਾ, ਪਾਣੀ ਨੂੰ ਕਿਉਂ ਐਵੇਂ ਬੇਕਾਰ ਬਹਾਉਂਦਾ, ਹਵਾ ਦੇ ਵਿੱਚ ਕਿਉਂ ਪੋਲੂਸ਼ਨ ਫੈਲਾਉਂਦਾ, ਧਰਤੀ ਨੂੰ ਗੰਦਿਆਂ ਕਿਉਂ ਕਰਦਾ, ਪਰਿਵਾਰ ਦੇ ਨਾਲ ਛਲ ਔਰ ਕਪਟ ਕਿਉਂ ਕਰਦਾ, ਰਿਸ਼ਵਤਖੋਰੀ, ਚੋਰ ਬਾਜ਼ਾਰੀ ਵਾਲੀ ਜ਼ਿੰਦਗੀ ਕਿਉਂ ਬਿਤਾਉਂਦਾ। ਜੇ ਇਹਨੂੰ ਰੱਬੀ ਗੁਣਾਂ ਦੇ ਨਾਲ ਪਿਆਰ ਹੁੰਦਾ, ਇਹਨੂੰ ਚੰਗੇ ਹੀ ਨਹੀਂ ਲੱਗੇ। ਹਰ ਨਾਮ ਨਾ ਪਾਇਆ। ਜਿਨ੍ਹਾਂ ਮਨੁੱਖਾਂ ਨੂੰ ਹਰੀ ਦਾ ਹੁਕਮ, ਰੱਬੀ ਸਿਫਤ ਸਲਾਹ ਚੰਗੀ ਨਹੀਂ ਲੱਗਦੀ, ਜੋ ਰੱਬੀ ਗੁਣਾਂ ਨਾਲ ਪਿਆਰ ਨਹੀਂ ਕਰਦੇ, ਗੁਰੂ ਜੀ ਕਹਿੰਦੇ ਨੇ ਬਿਰਥਾ ਜਨਮ ਗਵਾਇਆ। ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਨੇ, ਆਪਣੇ ਜੀਵਨ ਨੂੰ ਵਿਅਰਥ ਗਵਾ ਲੈਂਦੇ ਨੇ। ਨਾਨਕ ਜਮ ਮਾਰ ਕਰੇ ਖੁਆਰ। ਹੇ ਨਾਨਕ, ਉਹਨਾਂ ਨੂੰ ਆਤਮਿਕ ਮੌਤ ਆ ਜਾਂਦੀ ਹੈ, ਉਹ ਆਤਮਿਕ ਮੌਤੇ ਮਰ ਜਾਂਦੇ ਨੇ, ਉਹਨਾਂ ਦਾ ਆਤਮਿਕ ਜੀਵਨ ਤਬਾਹ ਹੋ ਜਾਂਦਾ ਹੈ, ਤੇ ਆਤਮਿਕ ਮੌਤ ਉਹਨਾਂ ਨੂੰ ਖੁਆਰ ਕਰਦੀ ਹੈ। ਇਹ ਨਹੀਂ ਕਿ ਮਰਨ ਤੋਂ ਬਾਅਦ ਜਮ ਖੁਆਰ ਕਰਦੇ ਨੇ।
ਜਿਵੇਂ ਸਾਨੂੰ ਸਮਝਾਇਆ ਜਾਂਦਾ ਹੈ ਕਿ ਮਰਨ ਤੋਂ ਬਾਅਦ ਤੁਹਾਨੂੰ ਜਮ ਕੁੱਟਣਗੇ, ਡਾਂਗ ਫੇਰਨਗੇ, ਅੱਗ 'ਚ ਸਾੜਨਗੇ, ਉਹ ਨਹੀਂ। ਐਸੇ ਜ਼ਿੰਦਗੀ ਵਿੱਚ ਆਤਮਿਕ ਮੌਤ ਮਾਰ ਦਿੰਦੀ ਹੈ। ਕਾਮ, ਕ੍ਰੋਧ, ਲੋਭ ਆਦਿ ਨੂੰ ਖੁਆਰ ਕਰਦੇ ਨੇ ਔਰ ਉਹਦੀ ਜ਼ਿੰਦਗੀ ਦੇ ਅੰਦਰ ਦੁਖਾਂਤ ਵਾਪਰਦੇ ਨੇ। ਇਸ ਦੁਨੀਆ ਵਿੱਚ ਜਿੰਨੇ ਵੀ ਦੁੱਖ ਵਾਪਰ ਰਹੇ ਨੇ ਉਹ ਵਿਕਾਰਾਂ ਕਰਕੇ ਵਾਪਰ ਰਹੇ ਨੇ, ਚਾਹੇ ਉਹ ਵਿਕਾਰ ਮੈਂ ਕਮਾ ਰਿਹਾ ਜਾਂ ਤੁਸੀਂ ਕਮਾ ਰਹੇ। ਜੇ ਇਸ ਦੁਨੀਆ ਵਿੱਚ ਸੱਚਾ ਨਿਆਂ ਨਹੀਂ ਮਿਲ ਰਿਹਾ ਤਾਂ ਵਿਕਾਰੀ ਬੰਦਿਆਂ ਕਰਕੇ ਨਹੀਂ ਨਾ ਮਿਲ ਰਿਹਾ। ਜਿਹੜੇ ਬੇਈਮਾਨ ਬੰਦੇ ਨੇ ਉਹ ਨਿਆਂ ਨਹੀਂ ਕਰ ਰਹੇ। ਜੇ ਰਿਸ਼ਵਤਖੋਰੀ ਹੈ ਔਰ ਰਿਸ਼ਵਤ ਦੇ ਕੇ ਜੇ ਕੋਈ ਬੰਦਾ ਗਲਤ ਬਚ ਜਾਂਦਾ ਹੈ ਔਰ ਚੰਗਾ ਬੰਦਾ ਫਸ ਜਾਂਦਾ ਹੈ ਤਾਂ ਬੇਨਿਆਈ ਹੈ ਨਾ। ਇਸੇ ਕਰਕੇ ਤਾਂ ਖੁਆਰੀ ਹੈ ਜ਼ਿੰਦਗੀ ਵਿੱਚ। ਯਾਨੀ ਜਦੋਂ ਬੰਦਾ ਸਤ, ਸੰਤੋਖ, ਦਇਆ, ਧਰਮ ਤੋਂ ਟੁੱਟ ਜਾਂਦਾ ਹੈ ਉਦੋਂ ਬੰਦੇ ਦੀ ਜ਼ਿੰਦਗੀ ਦੇ ਅੰਦਰ ਖੁਆਰੀ ਆ ਜਾਂਦੀ ਹੈ। ਉਹਨੂੰ ਆਤਮਿਕ ਮੌਤ ਜੀਵਨ ਦੇ ਸਹੀ ਰਾਸਤੇ ਤੋਂ ਖਤਮ ਕਰਕੇ ਖੁਆਰ ਕਰਦੀ ਹੈ। ਪੌੜੀ, ਜਿਸਨੂੰ ਹਰ ਭਗਤ ਸੱਚ ਬਖਸ਼ੀਨ ਸੋ ਸੱਚਾ ਸ਼ਾਹ। ਹੁਣ ਜਿਸ ਸ਼ਬਦ ਦੇ ਸੱਸੇ ਦਾ ਔਂਕੜ ਹਟਾ ਦਿੱਤਾ ਗਿਆ ਹੈ, ਕਿਉਂ ਕਿ 9 ਸ਼ਬਦ ਜਿਹੜਾ ਹੈ ਨਾ ਸੰਬੰਧਕ ਹੀ ਆ ਗਿਆ ਹੈ। 9 ਸ਼ਬਦ ਸੰਬੰਧਕ ਆਉਣ ਕਰਕੇ ਜਿਸ ਤੇ ਸੱਸੇ ਦਾ ਔਂਕੜ ਹਟਾ ਦਿੱਤਾ ਹੈ। ਵੈਸੇ ਇੱਥੇ ਜਿਸ ਸ਼ਬਦ ਸਿੰਗੂਲਰ ਹੈ। ਜਿਸ ਨੂੰ ਹਰ ਭਗਤ ਸੱਚ, ਸੱਚ ਦਾ ਮਤਲਬ ਸਦਾ ਥਿਰ ਨਾਮ ਧਨ। ਜੋ ਸੱਚ ਹੈ ਨਾ ਇਹ ਸदैवी ਚੀਜ਼ ਹੈ, ਆਦ ਜੁਗਾਦੀ ਹੈ। ਸੱਚ ਨੇ ਕਦੇ ਖਤਮ ਨਹੀਂ ਹੋਣਾ ਹੁੰਦਾ। ਸੱਚਾ ਧਨ, ਤੇ ਸੱਚਾ ਧਨ ਕਿਹੜਾ ਹੈ? ਭਗਤ। ਭਗਤ ਦਾ ਮਤਲਬ ਰੱਬ ਦੇ ਗੁਣ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤ ਸੱਚ ਦਾ ਮਤਲਬ ਜੋ ਸੱਚਾ ਨਾਮ ਧਨ ਹੈ, ਸੱਚਾ ਜੋ ਗੁਣਾਂ ਦਾ ਧਨ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਜੋ ਰੱਬੀ ਰਜਾ ਦੇ ਵਿੱਚ ਤੁਰਨਾ ਹੈ। ਜਿਸ ਨੂੰ ਪ੍ਰਭੂ ਨੇ ਇਹ ਸੱਚ ਬਖਸ਼ਿਆ ਹੈ ਸੋ ਸੱਚਾ ਸ਼ਾਹ, ਉਹ ਸੱਚਾ ਸ਼ਾਹੂਕਾਰ ਬਣ ਗਿਆ। ਉਹ ਮਨੁੱਖ ਸੱਚਾ ਸ਼ਾਹੂਕਾਰ ਹੈ। ਉਹ ਇਨਸਾਨ ਸੱਚਾ ਇਨਸਾਨ ਹੈ, ਅਸਲ ਇਨਸਾਨ ਹੈ। ਉਹ ਅਮੀਰ ਹੈ, ਉਹ ਧਨਵੰਤ ਹੈ, ਉਹ ਕੁਲਵੰਤ ਹੈ, ਉਹ ਪਤਵੰਤ ਹੈ। ਉਹੀ ਇੱਜ਼ਤ ਵਾਲਾ ਹੈ, ਉਹੀ ਸਤਕਾਰ ਵਾਲਾ ਹੈ, ਉਹੀ ਅਮੀਰ ਹੈ, ਉਹੀ ਪਤ ਵਾਲਾ ਹੈ, ਉਹੀ ਸੁਖ ਸ਼ਾਂਤੀ ਵਾਲਾ ਹੈ। ਕੌਣ? ਜਿਹਨੂੰ ਪ੍ਰਭੂ ਨੇ ਸੱਚੇ ਗੁਣ ਬਖਸ਼ੇ ਨੇ, ਸੱਚ ਬਖਸ਼ਿਆ ਹੈ, ਰੱਬੀ ਰਜਾ ਵਾਲਾ ਜੀਵਨ ਬਖਸ਼ਿਆ ਹੈ। ਅਸਲ ਦੇ ਅੰਦਰ ਉਹ ਸੱਚਾ ਇਨਸਾਨ ਹੈ, ਉਹ ਸੱਚਾ ਸ਼ਾਹੂਕਾਰ ਹੈ। ਬਾਕੀ ਸਾਰੇ ਕੰਗਾਲ ਨੇ। ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਜਿਹਦੀ ਸੋਚ ਦੇ ਅੰਦਰ ਸੱਚ ਨਹੀਂ, ਜਿਹਦੀ ਸੋਚ ਅੰਦਰ ਦਇਆ ਨਹੀਂ, ਪਿਆਰ ਨਹੀਂ, ਮੁਹੱਬਤ ਨਹੀਂ, ਉਹ ਕੰਗਾਲ ਹੀ ਹੈ ਬੰਦਾ। ਕਿੰਨਾ ਕੰਗਾਲ ਹੋਵੇਗਾ ਉਹ ਬੰਦਾ ਜੋ 90-95 ਹਜ਼ਾਰ ਰੁਪਇਆ ਰਿਸ਼ਵਤ ਆਪਣਾ ਤਨਖਾਹ ਲੈਣ ਵਾਲਾ ਕਿਸੇ 400 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਲੈ ਰਿਹਾ ਹੋਵੇ। ਇਸ ਤੋਂ ਵੱਡਾ ਕੰਗਾਲ ਕੌਣ ਹੋ ਸਕਦਾ ਹੈ? ਕਿੰਨਾ ਕੰਗਾਲ ਹੋਵੇਗਾ ਉਹ ਇਨਸਾਨ ਜੋ ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਦੇ ਨਾਲ ਤੱਕਦਾ ਹੈ। ਕਿੰਨਾ ਕੰਗਾਲ ਹੋਏਗਾ ਉਹ ਇਨਸਾਨ ਜੋ ਸਾਰਾ ਕੁਝ ਹੁੰਦਿਆਂ ਵੀ ਬੇਗਾਨੇ ਹੱਕ ਖਾਂਦਾ ਫਿਰਦਾ ਹੈ। ਅਸਲੀ ਸ਼ਾਹੂਕਾਰ ਉਹ ਹੈ ਜਿਸ ਦੇ ਕੋਲ ਬੇਸ਼ੱਕ ਦੁਨਿਆਵੀ ਧਨ ਘੱਟ ਹੈ, ਲੇਕਿਨ ਉਹ ਆਪਣੇ ਆਚਰਨ ਤੋਂ ਨਹੀਂ ਗਿਰਦਾ, ਬੇਗਾਨਾ ਹੱਕ ਨਹੀਂ ਖਾਂਦਾ, 10 ਨਵਾਂ ਦੀ ਸੱਚੀ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਹੈ ਔਰ ਅਣਹੋਂਦ ਦੇ ਅੰਦਰ ਵੀ ਕਿਸੇ ਦੀ ਹੈਲਪ ਕਰਦਾ ਹੈ। ਅਸਲ ਦੇ ਅੰਦਰ ਉਹ ਸੱਚੀ ਸ਼ਾਹ ਨੇ। ਔਰ ਇਹੋ ਜਿਹਾ ਸੱਚਾ ਸ਼ਾਹੂਕਾਰ ਹਰ ਇਨਸਾਨ ਬਣ ਸਕਦਾ ਹੈ। ਹਰ ਇਨਸਾਨ ਦੇ ਅੰਦਰ ਇਹ ਪੋਸੀਬਿਲਿਟੀ ਹੈ ਤੇ ਗੁਰੂ ਜੀ ਸਾਨੂੰ ਸਾਰਿਆਂ ਨੂੰ ਐਸੇ ਸੱਚੇ ਸ਼ਾਹੂਕਾਰ ਬਣਾਉਣਾ ਲੋਚਦੇ ਨੇ। ਤਿਸਕੀ ਮੁਹਤਾਜੀ ਲੋਕ ਕੱਢਦਾ, ਹੋਰਤ ਹੱਟ ਨਾ ਵੱਧ ਨਾ ਵੇਸਾ। ਮੁਹਤਾਜੀ ਦਾ ਮਤਲਬ ਹੁੰਦਾ ਹੈ ਖੁਸ਼ਾਮਦ ਕਰਨੀ, ਯਾਨੀ ਤਾਬੇਦਾਰੀ ਕਰਨੀ, ਇੱਜ਼ਤ ਕਰਨਾ, ਸਤਕਾਰ ਕਰਨਾ। ਸਾਰਾ ਜਗਤ ਉਸ ਦੇ ਦਰ ਦਾ ਅਰਥੀਆ ਬਣਦਾ ਹੈ, ਕਿਉਂਕਿ ਕਿਸੇ ਹੋਰ ਹੱਟ ਵਿੱਚ ਨਾ ਇਹ ਸੌਦਾ ਹੁੰਦਾ ਹੈ ਤੇ ਨਾ ਇਹ ਵਣਜ ਹੁੰਦਾ ਹੈ। ਸੱਚ ਕਿਹਦੇ ਕੋਲੋਂ ਮਿਲੇਗਾ? ਜਿਸ ਬੰਦੇ ਦੀ ਜ਼ਿੰਦਗੀ ਅੰਦਰ ਸੱਚ ਹੈ, ਜਿਹਦੇ ਅੰਦਰ ਦਇਆ ਹੈ, ਜਿਸ ਦੇ ਅੰਦਰ ਪਿਆਰ ਹੈ, ਮੁਹੱਬਤ ਹੈ, ਇੱਜ਼ਤ ਹੈ, ਉਹੀ ਕਿਸੇ ਦੀ ਇੱਜ਼ਤ ਕਰੇਗਾ।
ਇਸ ਲਈ ਕਿਸੇ ਨੇ ਕਿਹਾ ਹੈ ਕਿ ਸਸਤੇ ਲੋਕਾਂ ਤੋਂ ਇੱਜ਼ਤ ਦੀ ਆਸ ਨਾ ਰੱਖੋ। ਇੱਜ਼ਤ ਇੱਕ ਬਹੁਤ ਮਹਿੰਗਾ ਸੌਦਾ ਹੈ, ਇੱਜ਼ਤ ਇੱਕ ਬਹੁਤ ਮਹਿੰਗੀ ਵਸਤੂ ਹੈ, ਤੇ ਇਹਦੀ ਸਸਤੇ ਲੋਕਾਂ ਕੋਲੋਂ ਇੱਜ਼ਤ ਨਾ ਰੱਖੋ, ਆਸ ਨਾ ਰੱਖੋ। ਜਿਨ੍ਹਾਂ ਦੇ ਕੋਲ ਆਪਣੇ ਕੋਲ ਇੱਜ਼ਤ ਨਹੀਂ, ਉਹ ਤੁਹਾਨੂੰ ਇੱਜ਼ਤ ਕਿੱਥੋਂ ਦੇਣਗੇ? ਤੁਹਾਨੂੰ ਇੱਜ਼ਤ ਉਹੀ ਦੇਣਗੇ ਜੋ ਆਪ ਇੱਜ਼ਤ ਦੇ ਮਾਲਕ ਨੇ। ਪਿਆਰ ਇੱਕ ਬਹੁਤ ਮਹਿੰਗੀ ਚੀਜ਼ ਹੈ, ਹਰ ਇੱਕ ਤੋਂ ਇਸ ਦੀ ਆਸ ਨਾ ਰੱਖਣਾ। ਪਿਆਰ ਉਹਦੇ ਕੋਲੋਂ ਹੀ ਮਿਲੇਗਾ ਜਿਸ ਦੀ ਜ਼ਿੰਦਗੀ ਦੇ ਅੰਦਰ ਪਿਆਰ ਹੈ, ਜਿਸ ਦੇ ਅੰਦਰ ਦਇਆ ਹੈ, ਜਿਸ ਦੇ ਅੰਦਰ ਇਹ ਚੰਗੀਆਂ ਭਾਵਨਾਵਾਂ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਇਹ ਸੱਚ ਹੁੰਦਾ ਹੈ, ਸਾਰੇ ਲੋਕ ਉਹਨਾਂ ਦੀ ਤਾਬੇਦਾਰੀ ਕਰਦੇ ਨੇ, ਕਿਉਂਕਿ ਉਹਨਾਂ ਤੋਂ ਇਹ ਦਾਤਾਂ ਮਿਲਦੀਆਂ ਨੇ। ਹੋਰ ਕਿਸੇ ਹੱਟੀ ਤੇ, ਹੋਰ ਕਿਸੇ ਥਾਂ ਤੇ ਇਹ ਸੱਚ ਦਾ ਸੌਦਾ ਨਹੀਂ ਮਿਲਦਾ, ਨਾ ਪੀਰਾਂ ਕਬਰਾਂ ਤੇ, ਨਾ ਮੜੀਆਂ ਤੇ, ਨਾ ਵਰਤਨ ਰਾਤਿਆਂ ਤੇ, ਨਾ ਤੀਰਥ ਯਾਤਰਾਵਾਂ ਤੇ। ਉਹਨਾਂ ਇਨਸਾਨਾਂ ਦੇ ਕੋਲੋਂ ਐਸੀ ਚੀਜ਼ ਮਿਲਦੀ ਹੈ ਜੋ ਗੁਰੂ ਦਰਸਾਏ ਮਾਰਗ ਤੇ ਚੱਲਦੇ ਨੇ। ਭਗਤ ਜਨਾਂ ਕੋ ਸਨਮੁਖ ਹੋਵੇ, ਸੋ ਹਰ ਰਾਸ ਲੈ, ਵੇ ਮੁਖ ਪਸ ਪਾ। ਪਸ ਦਾ ਮਤਲਬ ਸਵਾ, ਕਉ ਦਾ ਮਤਲਬ ਨੂੰ, ਸਨਮੁਖ ਦਾ ਮਤਲਬ ਸਾਹਮਣੇ ਮੂੰਹ ਰੱਖਣ ਵਾਲਾ, ਰਾਸ ਦਾ ਮਤਲਬ ਸਰਮਾਇਆ, ਵੇਮੁਖ ਦਾ ਮਤਲਬ ਗੁਰੂ ਤੋਂ ਬੇਮੁਖ ਆਪ ਖੁਦਰਾ, ਪਸ ਦਾ ਮਤਲਬ ਸਵਾ ਖੁਆਰੀ, ਪਾ ਦਾ ਮਤਲਬ ਪੈਂਦੀ ਹੈ। ਭਗਤ ਜਨਾਂ ਕੋ ਸਨਮੁਖ ਹੋਵੇ, ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਇਨਸਾਨਾਂ ਵੱਲ ਆਪਣਾ ਮੂੰਹ ਰੱਖਦਾ ਹੈ, ਯਾਨੀ ਉਹਨਾਂ ਦੀ ਸੰਗਤ ਕਰਦਾ ਹੈ ਭਗਤ ਜਨਾਂ ਦੀ। ਤੇ ਭਗਤ ਜਨਾਂ ਦਾ ਮਤਲਬ ਕੋਈ ਚੋਲਾ ਪਾਉਣ ਵਾਲੇ ਨਹੀਂ, ਭਗਤ ਜਨਾਂ ਦਾ ਮਤਲਬ ਮਾਲਾ ਫੇਰਨ ਵਾਲੇ ਨਹੀਂ, ਭਗਤ ਜਨਾਂ ਦਾ ਮਤਲਬ ਸੰਸਾਰ ਦਾ ਤਿਆਗ ਕਰਕੇ ਤਿਆਗੀ ਬਣ ਗਏ ਬਾਬੇ ਨਹੀਂ। ਭਗਤ ਕੌਣ ਨੇ? ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਜੋ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨ ਵਾਲੇ ਨੇ, ਜੋ ਉਹਨਾਂ ਦੀ ਸੰਗਤ ਕਰਦਾ ਹੈ। ਸੋ ਹਰ ਰਾਸ ਲੈ, ਉਹ ਰੱਬੀ ਗੁਣਾਂ ਦਾ ਸਰਮਾਇਆ ਵਿਹਾਜ ਲੈਂਦਾ ਹੈ। ਰਾਸ ਦਾ ਮਤਲਬ ਪੂੰਜੀ, ਸਰਮਾਇਆ। ਉਹਨੂੰ ਰੱਬੀ ਗੁਣਾਂ ਦੀ ਪੂੰਜੀ ਮਿਲਦੀ ਹੈ, ਰੱਬੀ ਗੁਣਾਂ ਦਾ ਧਨ ਮਿਲਦਾ ਹੈ, ਰੱਬੀ ਗੁਣਾਂ ਦਾ ਸਰਮਾਇਆ ਮਿਲਦਾ ਹੈ। ਵੇਮੁਖ ਪਸ ਪਾ, ਤੇ ਜਿਹੜੇ ਗੁਰੂ ਤੋਂ, ਰੱਬ ਦੇ ਪਿਆਰਿਆਂ ਤੋਂ ਬੇਮੁਖ ਨੇ, ਉਲਟ ਰਾਹਾਂ ਤੇ ਚੱਲਦੇ ਨੇ, ਉਹਨਾਂ ਦੇ ਸਿਰ 'ਚ ਸਵਾਹ ਪੈਂਦੀ ਹੈ, ਉਹਨਾਂ ਨੂੰ ਖੁਆਰੀ ਹੁੰਦੀ ਹੈ, ਉਹਨਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ। ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ, ਜਮ ਜਾਗਾਤੀ ਤਿਨਾ ਨੇੜ ਨਾ ਜਾ। ਪ੍ਰਭੂ ਦੇ ਜੋ ਭਗਤ ਨੇ, ਉਹ ਪ੍ਰਭੂ ਦੇ ਗੁਣਾਂ ਦਾ ਵਪਾਰ ਕਰਦੇ ਨੇ, ਤੇ ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਟੁਕਦਾ। ਜਗਾਤੀ ਕਹਿੰਦੇ ਨੇ ਮਸੂਲ ਲੈਣ ਵਾਲਾ। ਹਰਿਆਣੇ ਵਿੱਚ, ਰਾਜਸਥਾਨ ਵਿੱਚ, ਪਿੰਡਾਂ ਦੇ ਅੰਦਰ ਨਾ ਇੱਕ ਨਿੱਕਾ ਜਿਹਾ ਟੈਕਸ ਲਗਾਇਆ ਜਾਂਦਾ ਸੀ। ਪਹਿਲਾਂ ਸਾਰੇ ਹੀ ਸੀ, ਹੁਣ ਅੱਜ ਕੱਲ ਉਹ ਚੀਜ਼ ਖਤਮ ਕਰ ਦਿੱਤੀ ਗਈ ਹੈ। ਜਗਾਤ ਕਹਿੰਦੇ ਨੇ ਟੈਕਸ ਨੂੰ। ਜਿਵੇਂ ਪਿੰਡ ਵਿੱਚ ਕੋਈ ਫੇਰੀ ਲਾਉਣ ਵਾਲਾ ਜਾਂਦਾ ਨਾ, ਕੱਪੜੇ ਵੇਚਣ ਵਾਲਾ ਜਾਂ ਸਬਜ਼ੀ ਵੇਚਣ ਵਾਲਾ, ਤਾਂ ਪੰਚਾਇਤ ਨੇ ਕੁਝ ਪੈਸੇ ਬੰਨੇ ਹੁੰਦੇ ਸੀ, 4 ਰੁਪਏ, 2 ਰੁਪਏ, 5 ਰੁਪਏ ਇੱਕ ਫੇਰੀ ਦੇ, ਕਿ ਪਿੰਡ ਦੇ ਵਿੱਚ ਸਬਜ਼ੀ ਭਾਜੀ ਵੇਚ ਸਕਦਾ ਹੈ ਜੇ 5 ਰੁਪਏ ਪੰਚਾਇਤ ਨੂੰ ਦੇਵੇਗਾ। ਤੇ ਉਹ ਜਿਹੜੇ ਪੈਸੇ ਸਨ ਉਹ ਪਿੰਡ ਦੇ ਵਿਕਾਸ ਤੇ ਲਗਾਏ ਜਾਂਦੇ ਸਨ। ਇਹਨੂੰ ਕਹਿੰਦੇ ਸਨ ਮਸੂਲ, ਜਗਾਤ, ਜਗਾਤ ਕਹਿੰਦੇ ਸਨ। ਜਿਵੇਂ ਹੁਣ ਸੜਕਾਂ ਦੇ ਉੱਤੇ ਹੁਣ ਲੱਗੇ ਹੋਏ ਨੇ ਟੈਕਸ ਲੈਣ ਵਾਲੇ, ਜਿੱਥੋਂ ਤੁਸੀਂ ਲੰਘਦੇ ਹੋ ਬੈਰੀਅਰ ਲੱਗੇ ਨੇ, ਟੋਲ ਟੈਕਸ ਵਗੈਰਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਪ੍ਰਭੂ ਦੇ ਨਾਮ ਦੇ ਗੁਣਾਂ ਦੇ ਵਪਾਰੀ ਨੇ, ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਟੁਕਦਾ। ਜਮ ਦਾ ਮਤਲਬ ਜੋ ਵਿਕਾਰ ਨੇ, ਕਾਮ, ਕ੍ਰੋਧ, ਲੋਭ ਆਦਿਕ ਨੇ, ਸਾਡੇ ਤੋਂ ਟੈਕਸ ਲੈ ਲੈਂਦੇ ਨੇ, ਸਾਡੇ ਖੁਸ਼ੀ ਖੋਹ ਲੈਂਦੇ ਨੇ, ਸਾਡੀਆਂ ਖੁਸ਼ੀਆਂ ਚੁਰਾ ਲੈਂਦੇ ਨੇ, ਵਿਕਾਰ ਸਾਡੀਆਂ ਖੁਸ਼ੀਆਂ ਚੁਰਾ ਲੈਂਦੇ ਨੇ। ਤਾਂ ਉਹ ਜਮ ਜਿਹੜੇ ਨੇ, ਆਤਮਿਕ ਮੌਤ, ਵਿਕਾਰ, ਉਹਨਾਂ ਲੋਕਾਂ ਦੇ ਨਜ਼ਦੀਕ ਵੀ ਨਹੀਂ ਜਾਂਦੇ, ਉਹਨਾਂ ਦੀਆਂ ਖੁਸ਼ੀਆਂ ਔਰ ਗੁਣਾਂ ਨੂੰ ਚੁਰਾ ਨਹੀਂ ਸਕਦੇ। ਜਨ ਨਾਨਕ ਹਰ ਨਾਮ ਧਨ ਲੱਦਿਆ, ਸਦਾ ਵੇ ਪਰਵਾਹ। ਦੇਖੋ ਹੁਣ ਇੱਥੇ ਨਾਨਕ ਦੇ ਕੱਕੇ ਨਾਲ ਸਿਹਾਰੀ ਲੱਗੀ ਹੋਈ ਹੈ। ਇਹਦਾ ਮਤਲਬ ਨਾਨਕ ਨੇ, ਜਨ ਨਾਨਕ, ਦਾਸ ਨਾਨਕ ਨੇ ਵੀ ਪ੍ਰਭੂ ਦੇ ਗੁਣਾਂ ਦਾ ਸੌਦਾ ਲੱਦਿਆ ਹੋਇਆ ਹੈ। ਸਦਾ ਬੇਪਰਵਾਹ, ਇਸ ਲਈ ਦੁਨੀਆ ਵੱਲੋਂ ਹਮੇਸ਼ਾ ਨਾਨਕ ਬੇਮੁਹਤਾਜ ਹੈ।
ਗੁਰੂ ਜੀ ਕਹਿੰਦੇ ਨੇ ਮੈਂ ਰੱਬੀ ਗੁਣਾਂ ਦਾ ਸੌਦਾ ਲੱਦਿਆ ਹੈ। ਆਪਣੀ ਸੋਚ ਦੇ ਅੰਦਰ ਸਿਰਫ ਰੱਬੀ ਹੁਕਮ ਔਰ ਰੱਬੀ ਗੁਣ ਭਰੇ ਨੇ। ਇਸ ਕਰਕੇ ਮੈਂ ਬੇਪਰਵਾਹ ਹਾਂ ਦੁਨੀਆ ਤੋਂ। ਦੁਨੀਆ ਕੀ ਕਹਿੰਦੀ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਅਸੀਂ ਵੀ ਰੱਬੀ ਗੁਣਾਂ ਦਾ ਸੌਦਾ ਵਿਹਾਜਣਾ ਹੈ। ਤੇ ਜੋ ਵੀ ਇਨਸਾਨ ਰੱਬੀ ਗੁਣਾਂ ਦਾ ਸੌਦਾ ਵਿਹਾਜੇਗਾ ਉਹ ਦੁਨੀਆ ਵੱਲੋਂ ਫਿਰ ਬੇਪਰਵਾਹ ਹੋ ਜਾਂਦਾ ਹੈ। ਉਹਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਕੋਈ ਚੰਗਾ ਕਹੇਗਾ ਜਾਂ ਮੰਦਾ ਕਹੇਗਾ। ਸ਼ਲੋਕ ਮਹਿਲਾ ਤੀਜਾ। ਇਸ ਜੁਗ ਮਹਿ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਇੱਥੇ ਭਗਤੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ ਭਗਤੀ। ਭਗਤੀ ਦਾ ਮਤਲਬ ਭਗਤਾਂ ਨੇ। ਇਸ ਯੁਗ ਮਹਿ ਦਾ ਮਤਲਬ ਇਸ ਮਨੁੱਖਾ ਜੀਵਨ ਵਿੱਚ। ਭਗਤੀ ਦਾ ਮਤਲਬ ਭਗਤਾਂ ਨੇ। ਭਰਮ ਦਾ ਮਤਲਬ ਭਟਕਣਾ ਵਿੱਚ ਪੈ ਕੇ, ਭੁਲਾਇਆ ਦਾ ਮਤਲਬ ਕੁਰਾਹੇ ਪਿਆ ਹੋਇਆ ਹੈ। ਗੁਰੂ ਜੀ ਕਹਿੰਦੇ ਨੇ ਇਸ ਮਨੁੱਖਾ ਜਨਮ ਵਿੱਚ ਸਿਰਫ ਪ੍ਰਭੂ ਦੇ ਭਗਤਾਂ ਨੇ, ਰਜਾ ਵਿੱਚ ਤੁਰਨ ਵਾਲਿਆਂ ਨੇ ਹੀ ਪ੍ਰਭੂ ਦਾ ਨਾਮ ਤਨ ਖੱਟਿਆ ਹੈ। ਗੁਣ ਵਿਹਾਜੇ ਨੇ, ਗੁਣਾਂ ਦੇ ਧਾਰਨੀ ਹੋਏ ਨੇ, ਰਜਾ ਵਿੱਚ ਤੁਰੇ ਨੇ। ਬਾਕੀ ਸਾਰਾ ਜਿਹੜਾ ਜਗਤ ਹੈ ਮਾਇਆ ਦੀ ਭਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਖੁੰਝਿਆ ਹੋਇਆ ਹੈ, ਗੁਣਾਂ ਤੋਂ ਖੁੰਝਿਆ ਹੋਇਆ ਹੈ। ਰੱਬ ਦੇ ਭਗਤ ਕੌਣ ਨੇ? ਇਹ ਮੈਂ ਗੱਲ ਬਾਰ-ਬਾਰ ਕਹਿ ਰਿਹਾ। ਮਾਲਾ ਫੇਰਨ ਵਾਲੇ ਜਾਂ ਬਾਹਰੀ ਪਹਿਨਾਵਾ ਪਹਿਨਣ ਵਾਲੇ, ਵਿਖਾਵੇ ਵਾਲੇ ਰੱਬ ਦੇ ਭਗਤ ਨਹੀਂ। ਭਗਤ ਉਹ ਹੁੰਦੇ ਨੇ ਜੋ ਗੁਣਾਂ ਦੇ ਧਾਰਨੀ ਨੇ, ਤੇ ਉਹ ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਤੇ ਕੋਈ ਚਾਦਰ ਬੰਨੀ ਵਾਲਾ ਵੀ ਹੋ ਸਕਦਾ। ਗੁਣਾਂ ਦਾ ਧਾਰਨੀ ਜੋ ਹੈ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਦੇ ਨਾਲ ਪਿਆਰ ਕਰਨ ਵਾਲੇ, ਰੱਬੀ ਰਜਾ ਵਿੱਚ ਤੁਰਨ ਵਾਲਿਆਂ ਨੇ ਇਹ ਗੁਣਾਂ ਦਾ ਧਨ ਖੱਟਿਆ ਹੁੰਦਾ ਹੈ। ਤੇ ਬਾਕੀ ਜੋ ਇਨਸਾਨ ਨੇ, ਆਮ ਜੋ ਲੋਕ ਨੇ, ਉਹ ਭਰਮ ਦੇ ਅੰਦਰ ਭਟਕਦੇ ਰਹਿੰਦੇ ਨੇ, ਔਗਣਾ ਵਾਲੀ ਜ਼ਿੰਦਗੀ ਬਿਤਾਉਂਦੇ ਰਹਿੰਦੇ ਨੇ। ਗੁਰ ਪ੍ਰਸਾਦੀ ਨਾਮ ਮਨ ਵਸਿਆ, ਅਨਦਿਨ ਨਾਮ ਧਿਆਇਆ। ਨਾਮ ਦਾ ਮਤਲਬ ਰੱਬ ਦਾ ਹੁਕਮ, ਰੱਬ ਦੀ ਸਿਫਤ ਸਲਾਹ। ਗੁਰ ਪ੍ਰਸਾਦੀ ਦਾ ਮਤਲਬ ਗੁਰੂ ਦੀ ਕਿਰਪਾ ਨਾਲ। ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਮਿਹਰ ਨਾਲ ਪ੍ਰਭੂ ਦਾ ਹੁਕਮ ਆਵਸਤਾ ਹੈ, ਹੁਕਮ ਦੀ ਸੂਝ ਆਵਸਤੀ ਹੈ, ਰੱਬੀ ਗੁਣ ਆਵਸਤੇ ਨੇ। ਅਨਦਿਨ ਨਾਮ ਧਿਆਇਆ, ਉਹਦੀ ਨਿਸ਼ਾਨੀ ਹੈ ਕਿ ਉਹ ਦਿਨ ਰਾਤ ਆਪਣੀ ਲਗਨ ਹੁਕਮ ਦੇ ਵਿੱਚ ਹੀ ਲਾਈ ਰੱਖਦਾ ਹੈ। ਰੱਬੀ ਗੁਣਾਂ ਦੇ ਵਿੱਚ ਉਹ ਲਗਨ ਲਾਈ ਰੱਖਦਾ ਹੈ। ਉਹ ਹੁਕਮ ਤੋਂ ਬਾਹਰ ਕੁਝ ਨਹੀਂ ਕਰਦਾ। ਉਹਨੂੰ ਸਮਝ ਹੈ ਕਿ ਸਿਸਟਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਇਸ ਲਈ ਉਹਦੀ ਲਗਨ ਹਮੇਸ਼ਾ ਰੱਬੀ ਰਜਾ ਵਿੱਚ ਤੁਰਨ ਦੀ ਹੈ। ਇਸ ਲਈ ਉਹਦੀ ਲਗਨ ਹਮੇਸ਼ਾ ਰੱਬੀ ਗੁਣਾਂ ਵਿੱਚ ਹੈ, ਸਤ ਸੰਤੋਖ ਦਇਆ ਧਰਮ ਦੇ ਵਿੱਚ ਹੈ। ਵਿਖਿਆ ਮਾਹੇ ਉਦਾਸ ਹੈ, ਹਉਮੈ ਸ਼ਬਦ ਜਲਾਇਆ। ਵਿਖਿਆ ਦਾ ਮਤਲਬ ਜੋ ਮਾਇਆਵਤ ਜ਼ਹਿਰ ਹੈ, ਮਾਇਆ ਹੈ, ਜ਼ਹਿਰ ਹੈ। ਉਦਾਸ ਦਾ ਮਤਲਬ ਇੱਥੇ ਚਿੰਤਾ ਤੁਰ ਨਹੀਂ ਹੈ। ਇੱਥੇ ਉਦਾਸ ਦਾ ਮੀਨਿੰਗ ਹੈ ਨਿਰਲੇਪ। ਉਹ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਕਿਉਂਕਿ ਹਉਮੈ ਸ਼ਬਦ ਜਲਾਇਆ। ਗੁਰੂ ਦੇ ਸ਼ਬਦ ਦੀ ਬਰਕਤ ਨਾਲ, ਗੁਰੂ ਦੇ ਗਿਆਨ ਰਾਹੀਂ ਉਹ ਆਪਣੇ ਅੰਦਰੋਂ ਹਉਮੈ ਨੂੰ ਸਾੜ ਦਿੰਦਾ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਸਨੇ ਗੁਰੂ ਗਿਆਨ ਰਾਹੀਂ, ਗੁਰੂ ਦੇ ਦਿੱਤੇ ਗਿਆਨ ਰਾਹੀਂ ਆਪਣੀ ਜ਼ਿੰਦਗੀ ਚੋਂ ਈਗੋ ਨੂੰ ਖਤਮ ਕਰ ਦਿੱਤਾ ਹੈ, ਔਰ ਉਹ ਇਸ ਸੰਸਾਰ ਦੇ ਅੰਦਰ ਰਹਿੰਦਾ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ। ਛੱਡ ਕੇ ਨਹੀਂ ਭੱਜਦਾ ਉਹ। ਜੇ ਉਹ ਦੁਕਾਨਦਾਰ ਹੈ ਤਾਂ ਦੁਕਾਨ ਕਰਦਾ ਹੈ, ਵਪਾਰੀ ਹੈ ਤਾਂ ਵਪਾਰ ਚਲਾ ਰਿਹਾ ਹੈ, ਕਿਸਾਨ ਹੈ ਤਾਂ ਖੇਤੀ ਕਰ ਰਿਹਾ ਹੈ, ਜੇ ਕੋਈ ਨੌਕਰੀ ਪੇਸ਼ਾ ਹੈ ਤਾਂ ਜੌਬ ਕਰ ਰਿਹਾ ਹੈ। ਉਹ ਰਿਸ਼ਤੇਦਾਰਾਂ, ਸੱਜਣਾ, ਮਿੱਤਰਾਂ ਦੇ ਵਿੱਚ ਵਿਚਰਦਾ ਹੈ, ਸੰਬੰਧਾਂ ਨੂੰ ਨਿਭਾਉਂਦਾ ਹੈ, ਲੇਕਿਨ ਨਿਰਲੇਪ ਰਹਿੰਦਾ ਵਿਕਾਰਾਂ ਤੋਂ। ਗੁਣਾਂ ਦਾ ਧਾਰਨੀ ਹੋ ਕੇ ਜ਼ਿੰਦਗੀ ਜੀ ਰਿਹਾ ਹੈ, ਸੱਚੀ ਜ਼ਿੰਦਗੀ ਜੀ ਰਿਹਾ ਹੈ, ਨਿਰਲੇਪ ਹੋ ਕੇ ਜੀਵਨ ਜੀਂਦਾ ਹੈ। ਆਪ ਤਰਿਆ ਕੁੱਲ ਉਧਰੇ, ਧਨ ਜਣੇਂਦੀ ਮਾਇਆ। ਮਾਇਆ ਦਾ ਮਤਲਬ ਮਾਂ। ਗੁਰੂ ਜੀ ਕਹਿੰਦੇ ਨੇ ਧਨ ਹੈ ਉਹਦੀ ਜਨਮ ਦੇਣ ਵਾਲੀ ਮਾਂ। ਉਹ ਆਪ ਸੰਸਾਰ ਸਮੁੰਦਰ ਤੋਂ ਲੰਘ ਜਾਂਦਾ ਹੈ। ਕੁੱਲ ਉਧਰੇ ਦਾ ਮਤਲਬ ਉਹਦੀ ਸਾਰੀ ਕੁੱਲ ਤਰ ਜਾਂਦੀ ਹੈ, ਗਿਆਨ ਇੰਦਰੀ ਉਹਦੇ ਤਰ ਜਾਂਦੇ ਨੇ। ਮੇਰੀ ਕੁੱਲ ਕਿਹੜੀ ਹੈ ਜਿਹੜੀ ਮੇਰੇ ਨਾਲ ਹਮੇਸ਼ਾ ਚੱਲ ਰਹੀ ਹੈ? ਮੇਰਾ ਪਰਿਵਾਰ ਕਿਹੜਾ ਹੈ ਜੋ ਹਮੇਸ਼ਾ ਮੇਰੇ ਨਾਲ ਹੈ? ਮੇਰੇ ਗਿਆਨ ਇੰਦਰੇ, ਮੇਰੇ ਕਰਮ ਇੰਦਰੇ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਨਾ, ਦੀਨ ਦਿਆਲ ਭਰੋਸੇ ਤੀਰੇ, ਸਭ ਪਰਿਵਾਰ ਚੜਾਇਆ ਬੇੜੇ। ਸਭ ਪਰਿਵਾਰ ਦਾ ਮਤਲਬ ਗਿਆਨ ਇੰਦਰੇ, ਕਰਮ ਇੰਦਰੇ।
ਤੇਰੇ ਹੁਕਮ ਦੇ ਬੇੜੇ ਵਿੱਚ ਚੜਾ ਦਿੱਤੇ ਨੇ। ਜਾਂ ਤਿਸ ਭਾਵੈ ਤਾਂ ਪਾਰ ਲੰਘਾਵੇ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਜਦੋਂ ਉਹਨੂੰ ਭਾ ਜਾਂਦਾ ਹੈ ਤਾਂ ਉਹ ਆਪਣਾ ਹੁਕਮ ਮਨਾਉਂਦਾ ਹੈ ਤੇ ਗਿਆਨ ਇੰਦਰੀਆਂ ਜਿਸ ਬੇੜੇ ਤੇ ਚੜੇ ਨੇ ਉਹ ਪਾਰ ਲੰਘਾ ਦਿੰਦਾ ਹੈ। ਤਾਂ ਉਹ ਬੰਦਾ ਆਪ ਤਰਦਾ ਹੈ, ਉਹਦੇ ਗਿਆਨ ਇੰਦਰੇ ਤਰਦੇ ਨੇ। ਉਹਨੂੰ ਜਨਮ ਦੇਣ ਵਾਲੀ ਉਹਦੀ ਮਾਂ ਧਨ ਹੈ, ਧਨਤਾ ਯੋਗ ਹੈ ਉਹਦਾ ਜੀਵਨ। ਯਾਦ ਰੱਖਣਾ, ਦੋ ਮਾਵਾਂ ਨੇ ਸਾਡੀਆਂ। ਇੱਕ ਮਾਂ ਜਿਹਨੇ ਸਾਨੂੰ ਜਨਮ ਦਿੱਤਾ ਹੈ, ਉਹ ਸਾਡੀ ਮਾਂ ਹੈ, ਤੇ ਦੂਜੀ ਮਾਂ ਸਾਡੀ ਗੁਰੂ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਜਿਨ੍ਹਾਂ ਨੇ ਸਾਨੂੰ ਗਿਆਨ ਦਿੱਤਾ ਹੈ। ਯਾਨੀ ਗਿਆਨ ਇੱਕ ਮਾਂ ਹੈ ਸਾਡੀ ਮੱਤ, ਮਾਤਾ ਮੱਤ ਪਿਤਾ ਸੰਤੋਖ। ਉਹਦੀ ਮੱਤ ਵੀ ਧਨਤਾ ਯੋਗ ਹੈ, ਜਿਸ ਨੇ ਉਹਨੂੰ ਐਸੀ ਸੂਝ ਬਖਸ਼ੀ ਹੈ, ਉਹਦਾ ਗੁਰੂ ਧਨਤਾ ਯੋਗ ਹੈ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਐਸਾ ਇਨਸਾਨ ਆਪ ਵੀ ਤਰਦਾ ਹੈ, ਆਪਣੇ ਉਹਦੇ ਗਿਆਨ ਇੰਦਰੇ ਤਰਦੇ ਨੇ, ਔਰ ਉਹਦਾ ਜੀਵਨ ਜਿਹੜਾ ਹੈ ਉਹ ਧਨਤਾ ਯੋਗ ਹੁੰਦਾ ਹੈ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸੂ ਲਿਵ ਲਾਇਆ। ਸਹਿਜ ਸੁਖ ਦਾ ਮਤਲਬ ਆਤਮਕ ਅਡੋਲਤਾ ਦਾ ਸੁਖ। ਸੱਚੇ ਸੂ ਲਿਵ ਲਾਇਆ, ਲਿਵ ਦਾ ਮਤਲਬ ਇਹ ਸਮਾਧੀ ਨਹੀਂ ਹੈ, ਲਿਵ ਦਾ ਮਤਲਬ ਹੁੰਦਾ ਹੈ ਲਗਨ। ਉਹਦੇ ਮਨ ਵਿੱਚ ਸਦਾ ਆਤਮਕ ਅਡੋਲਤਾ ਦਾ ਆਨੰਦ ਟਿਕਿਆ ਰਹਿੰਦਾ ਹੈ, ਔਰ ਉਹ ਹਮੇਸ਼ਾ ਆਪਣੀ ਲਗਨ ਰੱਬ ਵਿੱਚ ਲਾਈ ਰੱਖਦਾ ਹੈ, ਰੱਬੀ ਗੁਣਾਂ ਵਿੱਚ ਲਾਈ ਰੱਖਦਾ ਹੈ। ਰੱਬ ਵਿੱਚ ਲਿਵ ਲਾਣ ਦਾ ਮਤਲਬ ਰੱਬੀ ਗੁਣਾਂ ਵਿੱਚ ਲਿਵ ਲਾਣੀ, ਲਗਨ ਲਾਣੀ, ਰੱਬੀ ਹੁਕਮ ਦੇ ਵਿੱਚ ਲਗਨ ਲਾਣੀ, ਰਜਾ ਦੇ ਵਿੱਚ ਤੁਰਨਾ, ਸੱਚੀ ਜ਼ਿੰਦਗੀ ਜੀਣ ਵਿੱਚ ਲਗਨ ਲਗਾਣੀ, ਸਤ ਸੰਤੋਖ ਦਇਆ ਧਰਮ ਦੇ ਵਿੱਚ ਲਗਨ ਬਣਾ ਕੇ ਰੱਖਣੀ। ਇਸੇ ਨੂੰ ਰੱਬ ਦੇ ਨਾਲ ਲਾਈ ਹੋਈ ਲਗਨ ਕਹਿੰਦੇ ਨੇ। ਤੇ ਜਿਹੜਾ ਇਨਸਾਨ ਰੱਬੀ ਗੁਣਾਂ ਵਿੱਚ ਲਗਨ ਲਗਾਈ ਰੱਖਦਾ ਹੈ, ਉਹਦੇ ਅੰਦਰ ਹਮੇਸ਼ਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ। ਗੁਰੂ ਜੀ ਕਹਿੰਦੇ ਨੇ, ਇਹ ਭਾਈ ਗੁਰੂ ਸ਼ਰਨ ਤੋਂ ਬਿਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਵੱਡੇ ਵੱਡੇ ਦੇਵਤੇ ਵੀ ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ ਰਾਹ ਤੋਂ ਖੁੰਝਦੇ ਰਹੇ। ਉਹਨਾਂ ਦੇ ਅੰਦਰ ਵੀ ਹਉਮੈ ਵੱਧਦੀ ਰਹੀ, ਮਾਇਆ ਦਾ ਮੋਹ ਵੱਧਦਾ ਰਿਹਾ। ਤਿੰਨ ਗੁਣ ਕਿਹੜੇ ਨੇ? ਰਾਜਗੁਣ, ਤਮਗੁਣ ਔਰ ਸਤਗੁਣ। ਤੇ ਇਹਨਾਂ ਦੀ ਵਿਆਖਿਆ ਆਪਣੇ ਆਪਣੇ ਹਿਸਾਬ ਨਾਲ ਕੀਤੀ ਗਈ ਹੈ, ਲੇਕਿਨ ਅਸਲ ਸਹੀ ਸਰੂਪ ਇਹਨਾਂ ਦਾ ਕੀ ਹੈ? ਰਾਜਗੁਣ ਦਾ ਮਤਲਬ ਉਹ ਕਰਮ ਜੋ ਅਸੀਂ ਲਾਲਚ ਨੂੰ ਮੁੱਖ ਰੱਖ ਕੇ ਕਰਦੇ ਹਾਂ। ਤਮਗੁਣ ਦਾ ਮਤਲਬ ਅਗਿਆਨਤਾ ਦੇ ਅਧੀਨ ਕੀਤੇ ਗਏ ਕਰਮ, ਤੇ ਸਤਗੁਣ ਦਾ ਮਤਲਬ ਹੈ ਇਸ ਦੁਨੀਆ ਦਾ ਤਿਆਗ। ਤੇ ਇਹ ਤਿੰਨੇ ਹੀ ਵਿਅਰਥ ਨੇ। ਨਾ ਤਾਂ ਸਾਨੂੰ ਲਾਲਚ ਦੇ ਅਧੀਨ ਕਰਮ ਕਰਨੇ ਚਾਹੀਦੇ ਨੇ, ਨਾ ਸਾਨੂੰ ਅਗਿਆਨਤਾ ਅਧੀਨ ਕਰਮ ਕਰਨੇ ਚਾਹੀਦੇ ਨੇ, ਔਰ ਨਾ ਹੀ ਸੰਸਾਰ ਨੂੰ ਛੱਡ ਕੇ ਦੌੜਨਾ ਹੁੰਦਾ ਹੈ। ਗੁਰਮੁਖ ਤੁਰਿਆ ਅਵਸਥਾ ਵਿੱਚ ਵਿਚਰਦਾ ਹੈ। ਤੁਰਿਆ ਅਵਸਥਾ ਦਾ ਮਤਲਬ ਹੈ ਸੰਸਾਰ ਦੇ ਅੰਦਰ ਰਹਿੰਦਿਆਂ ਵਿਕਾਰਾਂ ਤੋਂ ਨਿਰਲੇਪ ਰਹਿਣਾ। ਤੁਰਿਆ ਅਵਸਥਾ ਕੋਈ ਸਮਾਧੀਆਂ ਲਾਉਣ ਨਾਲ ਨਹੀਂ ਹੁੰਦੀ। ਤੁਰਿਆ ਦਾ ਮਤਲਬ ਹੈ, ਚੌਥੇ ਪਦ ਦਾ ਮਤਲਬ ਹੈ ਸੰਸਾਰ ਦੇ ਅੰਦਰ ਰਹਿੰਦਿਆਂ ਵਿਕਾਰਾਂ ਤੋਂ ਨਿਰਲੇਪ ਹੋ ਕੇ ਰਹਿਣਾ। ਤਾਂ ਗੁਰੂ ਜੀ ਕਹਿੰਦੇ ਨੇ, ਬ੍ਰਹਮਾ ਵਿਸ਼ਨੂੰ ਮਹਾਦੇਵ ਆਦਿਕ ਵੀ ਤ੍ਰੈ ਗੁਣਾਂ ਦੇ ਵਿੱਚ ਭਟਕਦੇ ਰਹੇ, ਔਰ ਉਹਨਾਂ ਦੇ ਅੰਦਰ ਵੀ ਹਉਮੈ ਔਰ ਮੋਹ ਆਦਿਕ ਦਾ ਹਨੇਰਾ ਮੋਹ ਵੱਧਦਾ ਰਿਹਾ। ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੇ ਭਾਏ ਚਿਤ ਲਾਇਆ। ਇਹਨੂੰ ਪੜ ਪੋਲਾ ਨਹੀਂ ਬੋਲਣਾ, ਅਡਾੜੇ ਥੱਲੇ ਅੱਧਾ ਹਾ ਬੋਲਣਾ। ਪੜ ਜੇ ਪੜ ਪੋਲਾ ਬੋਲਾਂਗੇ ਉਹਦਾ ਮਤਲਬ ਹੋਣਾ ਥੱਲੇ ਡਿੱਗਣਾ। ਇੱਥੇ ਪੜ ਦਾ ਮਤਲਬ ਹੈ ਪੜਨਾ। ਭੁੱਲੇ ਦਾ ਮਤਲਬ ਗਲਤੀ ਖਾ ਗਏ, ਪੜ ਦਾ ਮਤਲਬ ਪੜ ਕੇ, ਮੋਨੀ ਦਾ ਮਤਲਬ ਸਮਾਧੀਆਂ ਲਾਉਣ ਵਾਲੇ ਸਾਧੂ, ਜਿਹੜੇ ਸਮਾਧੀਆਂ ਲਾਉਣ ਵਾਲੇ ਲੋਕ ਨੇ। ਦੂਜੇ ਭਾਏ ਦਾ ਮਤਲਬ ਮਾਇਆ ਦੇ ਮੋਹ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ, ਪੰਡਿਤ ਵੇਦ ਆਦਿਕ ਧਰਮ ਪੁਸਤਕ ਪੜ ਕੇ ਵੀ ਖੁੰਝਦੇ ਰਹੇ। ਮੁਨੀ ਲੋਕ ਮੌਨ ਧਾਰ ਕੇ ਸਮਾਧੀਆਂ ਲਾ ਕੇ ਖੁੰਝਦੇ ਰਹੇ। ਉਹਨਾਂ ਨੇ ਵੀ ਮਾਇਆ ਦੇ ਮੋਹ ਵਿੱਚ ਹੀ ਆਪਣਾ ਚਿੱਤ ਜੋੜੀ ਰੱਖਿਆ। ਹੁਣ ਮਾਇਆ ਮੋਹ ਕੀ ਹੈ? ਮਾਇਆ ਦਾ ਮਤਲਬ ਉਹ ਸੋਚ, ਜੋ ਸੋਚ ਸਾਨੂੰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਉਹ ਸੋਚ ਜੋ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ। ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਵਿਕਾਰਾਂ ਵੱਲ ਪ੍ਰੇਰਦੀ ਹੈ, ਉਹ ਸੋਚ ਮਾਇਆ ਹੈ। ਤੇ ਜਦੋਂ ਇਸ ਚੀਜ਼ ਨੂੰ ਮਾਇਆ ਸਮਝ ਕੇ ਪਰਖੋਗੇ,
ਤਾਂ ਤੁਹਾਨੂੰ ਪਤਾ ਲੱਗੇਗਾ ਕਿ ਬਹੁਗਿਣਤੀ ਲੋਕ ਮਾਇਆ ਦੇ ਵਿੱਚ ਖਚਤ ਨੇ। ਮਾਇਆ ਚੰਬੜੀ ਹੋਈ ਹੈ। ਇਸ ਮਾਇਆ, ਇਸ ਸੋਚ ਨੇ ਆਪਣੀ ਗ੍ਰਿਫਤ ਦੇ ਅੰਦਰ ਆਮ ਲੋਕਾਂ ਨੂੰ ਲਿਆ ਹੋਇਆ ਹੈ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨਾ ਪਾਇਆ। ਜੰਗਮ ਦਾ ਮਤਲਬ ਸ਼ੈਵ ਮਤ ਦੇ ਰਮਤੇ, ਤਤ ਦਾ ਮਤਲਬ ਅਸਲ ਚੀਜ਼। ਤਾਂ ਤੁਰਨ ਫਿਰਨ ਵਾਲੇ ਜਿਹੜੇ ਲੋਕ ਨੇ, ਜੋਗੀ, ਜੰਗਮ ਦਾ ਮਤਲਬ ਜਿਹੜੇ ਤੁਰਦੇ ਫਿਰਦੇ ਰਮਤੇ ਲੋਕ ਨੇ। ਤਾਂ ਗੁਰੂ ਤੋਂ ਬਿਨਾਂ ਜੋਗੀ, ਜੰਗਮ, ਸੰਨਿਆਸੀ ਵੀ ਕੁਰਾਏ ਪੈ ਰਹੇ। ਉਹਨਾਂ ਨੇ ਵੀ ਜੀਵਨ ਦਾ ਅਸਲ ਰਾਸਤਾ ਨਹੀਂ ਲੱਭਿਆ, ਜੀਵਨ ਦੀ ਅਸਲੀਅਤ ਨੂੰ ਨਹੀਂ ਜਾਣਿਆ। ਹੁਣ ਦੇਖੋ, ਦੁਨੀਆ ਵਿੱਚ ਐਵੇਂ ਹੀ ਤੁਰੇ ਫਿਰਨਾ, ਜੋਗੀ ਬਣ ਜਾਣਾ, ਸੰਸਾਰ ਨੂੰ ਛੱਡ ਦੇਣਾ, ਇਹ ਕੋਈ ਜੀਵਨ ਦਾ ਸਹੀ ਰਾਸਤਾ ਨਹੀਂ ਹੈ। ਇਹ ਕੋਈ ਬ੍ਰਹਿਮੰਡੀ ਸੱਚ ਨਹੀਂ ਹੈ। ਜੇ ਸਾਰੇ ਲੋਕ ਜੋਗੀ ਬਣ ਜਾਣ, ਰਮਤੇ ਬਣ ਜਾਣ, ਘਰਾਂ ਨੂੰ ਛੱਡ ਕੇ ਕਰਮੰਡਲ ਲੈ ਕੇ ਬਾਹਰ ਨੂੰ ਨਿਕਲ ਜਾਣ, ਕੋਈ ਕੰਮਕਾਰ ਨਾ ਕਰੇ, ਤਾਂ ਦੁਨੀਆ ਚੱਲ ਸਕਦੀ ਹੈ? ਨਹੀਂ ਚੱਲ ਸਕਦੀ। ਇਸ ਲਈ ਜੀਵਨ ਦਾ ਸਹੀ ਰਾਸਤਾ ਨਹੀਂ ਹੈ, ਭੁੱਲੇ ਹੋਏ ਨੇ। ਮਨਮੁਖ ਦੁਖੀਏ ਸਦਾ ਪ੍ਰਮ ਭੁੱਲੇ, ਤਿਨੀ ਬਿਰਥਾ ਜਨਮ ਗਵਾਇਆ। ਮਨਮੁਖ ਦਾ ਮਤਲਬ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਪ ਹੁਦਰੇ ਮਨੁੱਖ, ਜਿਨ੍ਹਾਂ ਨੇ ਕੁਦਰਤੀ ਨਿਯਮਾਂ ਨੂੰ ਨਹੀਂ ਸਮਝਿਆ, ਜਿਨ੍ਹਾਂ ਨੇ ਯੂਨੀਵਰਸਲ ਟਰੁਥ ਨੂੰ ਨਹੀਂ ਸਮਝਿਆ। ਉਹ ਲੋਕ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਦਾ ਦੁਖੀ ਹੀ ਰਹੇ। ਪਿਛਲੇ ਸਮੇਂ ਵਿੱਚ ਵੀ, ਅੱਜ ਵੀ ਐਸੇ ਲੋਕ ਦੁਖੀ ਨੇ, ਆਉਣ ਵਾਲੇ ਸਮੇਂ ਵਿੱਚ ਵੀ ਦੁਖੀ ਰਹਿਣਗੇ। ਭਟਕਣਾ ਵਿੱਚ ਪੈ ਕੇ ਸਹੀ ਜੀਵਨ ਤੋਂ ਐਸੇ ਲੋਕ ਖੁੰਝੇ ਰਹੇ। ਬਿਰਥਾ ਜਨਮ ਗਵਾਇਆ ਦਾ ਮਤਲਬ ਆਪਣਾ ਜੀਵਨ ਬੇਕਾਰ ਗਵਾ ਲਿਆ, ਆਪਣਾ ਸਮਾਂ ਬੇਕਾਰ ਵਿਅਰਥ ਕੀਤਾ। ਜਿੰਨੇ ਸਮੇਂ ਵਿੱਚ ਉਹ ਸੰਸਾਰ ਨੂੰ ਛੱਡ ਕੇ ਵਿਚਰਦੇ ਰਹੇ, ਉਹਨੇ ਸਮੇਂ ਦੇ ਅੰਦਰ ਜੇ ਕੋਈ ਚੰਗਾ ਕੰਮ ਕਰਦੇ, ਮਿਹਨਤ ਕਰਦੇ, ਜੇ ਪੈਸਾ ਨਹੀਂ ਸੀ ਰੱਖਣਾ ਤਾਂ ਕਮਾਉਂਦੇ ਤੇ ਕਿਸੇ ਗਰੀਬ ਨੂੰ ਦੇ ਦਿੰਦੇ, ਕਿਸੇ ਦਾ ਭਲਾ ਹੁੰਦਾ। ਜਨਮ ਬੇਕਾਰ ਗਵਾਇਆ ਉਹਨਾਂ ਨੇ, ਜੀਵਨ ਦਾ ਲਾਹਾ ਨਹੀਂ ਖੱਟਿਆ। ਨਾਨਕ ਨਾਮ ਰਤੇ ਸਈ ਜਨ ਸਮਝੇ, ਜੇ ਆਪੇ ਬਖਸ਼ ਮਿਲਾਇਆ। ਨਾਮ ਦਾ ਮਤਲਬ ਨਾਮ ਵਿੱਚ, ਰੱਬੀ ਹੁਕਮ ਵਿੱਚ। ਰਤੇ ਦਾ ਮਤਲਬ ਜੋ ਰੰਗੇ ਹੋਏ ਨੇ। ਸਮਝੇ ਦਾ ਮਤਲਬ ਸਮਾਧੀ ਵਾਲੇ, ਪੂਰਨ ਅਵਸਥਾ ਵਾਲੇ, ਪੂਰਨ ਟਿਕਾਵ ਦੇ ਅੰਦਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ हे ਨਾਨਕ, ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ, ਉਹ ਪ੍ਰਭੂ ਦੇ ਰੱਬੀ ਹੁਕਮ ਦੇ ਅੰਦਰ ਰੰਗੇ ਰਹਿੰਦੇ ਨੇ, ਰੱਬੀ ਗੁਣਾਂ ਵਿੱਚ ਰੰਗੇ ਰਹਿੰਦੇ ਨੇ, ਤੇ ਉਹ ਕਾਮਯਾਬ ਜੀਵਨ ਵਾਲੇ ਬਣ ਜਾਂਦੇ ਨੇ। ਉਹਨਾਂ ਦੇ ਅੰਦਰ ਪੂਰਨ ਟਿਕਾਵ ਆ ਜਾਂਦਾ ਹੈ। ਜਿਨ੍ਹਾਂ ਨੂੰ ਪ੍ਰਭੂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਮਿਲਾਉਂਦਾ ਹੈ, ਆਪਣੇ ਵਿੱਚ ਮਿਲਾ ਲੈਂਦਾ ਹੈ, ਭਾਵ ਕਿ ਜੋ ਰੱਬੀ ਗੁਣਾਂ ਦੇ ਨਾਲ ਇਕਸੁਰ ਹੋ ਜਾਂਦੇ ਨੇ, ਅਸਲ ਦੇ ਅੰਦਰ ਉਹ ਲੋਕ ਪੂਰਨ ਟਿਕਾਵ ਵਾਲੇ ਨੇ। ਤਾਂ ਸਮਾਧੀ ਦਾ ਮਤਲਬ ਕੀ ਹੋਇਆ? ਔਗੁਣਾਂ ਨੂੰ ਛੱਡ ਕੇ ਗੁਣਾਂ ਦੇ ਨਾਲ ਜੁੜ ਜਾਣਾ ਹੀ ਸਮਾਧੀ ਹੈ। ਹਰ ਵਕਤ ਗੁਣਾਂ ਦੇ ਨਾਲ ਜੁੜੇ ਰਹਿਣਾ ਹੀ ਸਮਾਧੀ ਹੈ। ਉਹ ਪੂਰਨ ਸਫਲਤਾ ਵਾਲੇ ਲੋਕ ਨੇ। ਮਹਿਲਾ ਤੀਜਾ, ਨਾਨਕ ਸੋ ਸਾਲਾਹੀ ਹੈ, ਜਿਸ ਵਸ ਸਭ ਕਿਛ ਹੋਏ। ਗੁਰੂ ਜੀ ਕਹਿੰਦੇ ਨੇ, ਜਿਸ ਤੇ ਹੁਕਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ, ਉਸ ਪ੍ਰਭੂ ਦੀ ਸਾਨੂੰ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਹਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਤਿਸਹਿ ਸਰੇਵਹੁ ਪ੍ਰਾਣੀਹੁ, ਤਿਸ ਬਿਨ ਅਵਰ ਨਾ ਕੋਏ। ਸਰੇਵੋ ਦਾ ਮਤਲਬ ਯਾਦ ਕਰੋ, ਰੱਬੀ ਹੁਕਮ ਦੇ ਵਿੱਚ ਤੁਰੋ। ਪ੍ਰਾਣੀਓ ਦਾ ਮਤਲਬ ਹੈ ਪ੍ਰਾਣੀਓ, ਕਿ हे ਪ੍ਰਾਣੀਓ, ਉਸ ਪ੍ਰਭੂ ਨੂੰ ਹਮੇਸ਼ਾ ਯਾਦ ਰੱਖੋ, ਉਹਦੇ ਗੁਣਾਂ ਨੂੰ ਯਾਦ ਕਰੋ, ਰੱਬੀ ਰਜ਼ਾ ਵਿੱਚ ਹਮੇਸ਼ਾ ਤੁਰਦੇ ਰਹੋ, ਕਿਉਂਕਿ ਉਸ ਰੱਬ ਵਰਗਾ ਹੋਰ ਕੋਈ ਨਹੀਂ ਹੈ। ਰੱਬੀ ਰਜ਼ਾ ਤੋਂ ਬਿਨਾਂ ਸਾਡੇ ਜੀਵਨ ਦਾ ਸਹਾਰਾ ਹੋਰ ਕੋਈ ਨਹੀਂ ਹੈ। ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਰਹਿਣ ਵਾਲਾ। ਮਨ ਦਾ ਮਤਲਬ ਮਨ ਵਿੱਚ। ਹੈ ਭਾਈ, ਗੁਰੂ ਦੀ ਸ਼ਰਨ ਪਿਆ ਹੀ ਪ੍ਰਭੂ ਸਾਡੇ ਮਨ ਵਿੱਚ ਵਸ ਸਕਦਾ ਹੈ। ਗੁਰਮੁਖ ਅੰਤਰ ਮਨ ਵਸੈ, ਗੁਰੂ ਦੀ ਸ਼ਰਨੀ ਪਿਆ ਰੱਬ ਸਾਡੇ ਮਨ ਵਿੱਚ ਵਸ ਸਕਦਾ ਹੈ। ਜੇ ਅਸੀਂ ਗਿਆਨ ਦੀ ਸਹੀ ਵਰਤੋਂ ਕਰੀਏ, ਗੁਰੂ ਗਿਆਨ ਦੀ ਅਗਵਾਈ ਵਿੱਚ ਚੱਲੀਏ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ, ਤਾਂ ਪ੍ਰਭੂ ਦੇ ਗੁਣ, ਪ੍ਰਭੂ ਸਾਡੇ ਮਨ ਵਿੱਚ ਵਸਦਾ ਹੈ। ਤੇ ਫਿਰ ਕੀ ਹੁੰਦਾ ਹੈ? ਸਦਾ ਸਦਾ ਸੁਖ ਹੋਏ, ਫਿਰ ਸदैवी ਖੇੜਾ ਪ੍ਰਾਪਤ ਹੋ ਜਾਂਦਾ ਹੈ। ਪੌੜੀ, ਜਿਨੇ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦਿਵਾਲੀਏ ਜੁਗ ਮਾਹੇ। ਦਿਵਾਲੀਏ ਦਾ ਮਤਲਬ ਭੁੱਖ ਨੰਗ, ਜਿਨ੍ਹਾਂ ਦਾ ਸਾਰਾ ਧਨ ਦੌਲਤ ਖਤਮ ਹੋ ਜਾਂਦਾ ਹੈ, ਜੋ ਜੂਏ ਦੇ ਵਿੱਚ ਸਾਰਾ ਕੁਝ ਹਾਰ ਜਾਂਦੇ ਨੇ।
ਤਾਂ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਗੁਣਾਂ ਦਾ ਸਰਮਾਇਆ ਨਹੀਂ ਕਮਾਇਆ, ਗੁਣਾਂ ਵਾਲੀ ਜ਼ਿੰਦਗੀ ਨਹੀਂ ਬਿਤਾਈ, ਗੁਰੂ ਜੀ ਕਹਿੰਦੇ ਹਨ ਉਹ ਜਗਤ ਵਿੱਚ ਮਨੁੱਖਾ ਜੀਵਨ ਦੀ ਬਾਜੀ ਹਾਰ ਚੁੱਕੇ ਸਮਝੋ। ਜਿਵੇਂ ਜੁਆਰੀਆ ਜੂਏ ਦੇ ਵਿੱਚ ਸਭ ਕੁਝ ਹਾਰ ਕੇ ਕੰਗਾਲ ਹੋ ਜਾਂਦਾ ਹੈ, ਉਹ ਲੋਕ ਅਸਲੀ ਕੰਗਾਲ ਨੇ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਦਾ ਨਾਮ ਧਨ ਨਹੀਂ ਵਿਆਜਿਆ। ਓਏ ਮੰਗਦੇ ਫਿਰਹਿ ਸਭ ਜਗਤ ਮਹਿ, ਕੋਈ ਮੂੰਹ ਥੁੱਕ ਨਾ ਤਿਨ ਕੋ ਪਾਹੇ। ਓਏ ਦਾ ਮਤਲਬ ਉਹ, ਮੂੰਹ ਦਾ ਮਤਲਬ ਮੂੰਹ, ਤੇ ਪਾਹੇ ਦਾ ਮਤਲਬ ਨਹੀਂ ਪਾਉਂਦੇ। ਉਹ ਮਨੁੱਖ ਇਹੋ ਜਿਹੇ ਮੰਗਤਿਆਂ ਵਰਗੇ ਨੇ ਜੋ ਸਾਰੇ ਸੰਸਾਰ ਵਿੱਚ ਮੰਗਦੇ ਫਿਰਦੇ ਨੇ, ਪਰ ਉਹਨਾਂ ਦੇ ਮੂੰਹ ਤੇ ਕੋਈ ਥੁੱਕਦਾ ਵੀ ਨਹੀਂ। ਹੁਣ ਮੂੰਹ ਤੇ ਥੁੱਕਣਾ ਇੱਕ ਮੁਹਾਵਰਾ ਹੈ ਕਿ ਮੈਂ ਤੇ ਉਹਦੇ ਮੂੰਹ ਤੇ ਥੁੱਕਦਾ ਵੀ ਨਹੀਂ, ਮਤਲਬ ਕਿ ਮੈਂ ਉਹਦੀ ਕਦਰ ਨਹੀਂ ਕਰਦਾ, ਉਹਦੇ ਤੇ ਮੂੰਹ ਤੇ ਕੋਈ ਥੁੱਕਦਾ ਨਹੀਂ। ਹੁਣ ਮੂੰਹ ਤੇ ਥੁੱਕਣ ਦਾ ਮਤਲਬ ਹੈਗਾ ਕਿ ਕੋਈ ਉਹਦੀ ਕਦਰ ਨਹੀਂ ਕਰਦਾ, ਮੂੰਹ ਤੇ ਥੁੱਕਿਆ ਬੇਇੱਜ਼ਤੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਲੋਕ ਰੱਬੀ ਗੁਣਾਂ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਨੂੰ ਉਹਨਾਂ ਮੰਗਤਿਆਂ ਦੇ ਵਰਗਾ ਸਮਝੋ ਜਿਨ੍ਹਾਂ ਨੂੰ ਕੋਈ ਦੁਨੀਆ ਵਿੱਚ ਆਦਰ ਔਰ ਸਤਿਕਾਰ ਨਹੀਂ ਦਿੰਦਾ। ਔਰ ਹਕੀਕਤ ਹੈ ਜੋ ਰੱਬੀ ਗੁਣਾਂ ਤੋਂ ਟੁੱਟੇ ਨੇ, ਆਚਰਨਹੀਨ ਨੇ, ਉਹਨਾਂ ਨੂੰ ਦੁਨੀਆ ਦੇ ਅੰਦਰ ਕਦੇ ਵੀ ਸੱਚਾ ਮਾਨ ਆਦਰ ਸਤਿਕਾਰ ਨਹੀਂ ਮਿਲਿਆ। ਪਰਾਈ ਬਖੀਲੀ ਕਰੇ ਆਪਣੀ ਪ੍ਰਤੀਤ ਖੋਵਨ, ਸਗਵਾ ਪੀ ਆਪ ਲਖਾਂ ਹੈ। ਬਖੀਲੀ ਦਾ ਮਤਲਬ ਚੁਗਲੀ, ਪ੍ਰਤੀਤ ਦਾ ਮਤਲਬ ਇਤਬਾਰ, ਖੋਵਨ ਦਾ ਮਤਲਬ ਖੋਹ ਲੈਂਦੇ ਨੇ, ਸਗਵਾਂ ਦਾ ਮਤਲਬ ਸਗੋਂ, ਆਪਣਾ ਦਾ ਮਤਲਬ ਆਪਣਾ ਭੈੜਾ ਅਸਲਾ, ਆਪਣਾ ਆਪ, ਲਖਾਹੇ ਦਾ ਮਤਲਬ ਨਸ਼ਰ ਕਰਦੇ ਨੇ। ਇਹੋ ਜਿਹੇ ਜੋ ਵਿਕਾਰੀ ਬੰਦੇ ਨੇ ਦੂਜੇ ਬੰਦਿਆਂ ਦੀ ਨਿੰਦਿਆ ਕਰਦੇ ਨੇ, ਤੇ ਨਿੰਦਿਆ ਕਰਕੇ ਸਮਝਦੇ ਤੇ ਇਹ ਨੇ ਕਿ ਅਸੀਂ ਬੜੀ ਵਡਿਆਈ ਕਰ ਰਹੇ ਹਾਂ, ਪਰ ਗੁਰੂ ਜੀ ਕਹਿੰਦੇ ਨੇ ਆਪਣੀ ਪ੍ਰਤੀਤ ਖੋਵਨ, ਸਗੋਂ ਆਪਣਾ ਵਿਸ਼ਵਾਸ ਗਵਾ ਲੈਂਦੇ ਨੇ। ਸਗਵਾਂ ਵੀ ਆਪ ਲਖਾਹੇ, ਸਗੋਂ ਆਪਣਾ ਆਪਾ ਅਸਲਾ ਪ੍ਰਗਟ ਕਰਦੇ ਨੇ ਕਿ ਮੈਂ ਇਹੋ ਜਿਹਾ ਹਾਂ, ਮੈਂ ਇਹੋ ਜਿਹਾ ਨਿਕੰਮਾ ਹਾਂ। ਚੁਗਲੀ ਨਿੰਦਾ ਕਰਨ ਵਾਲੇ ਲੋਕ ਆਪਣਾ ਅਸਲਾ ਪ੍ਰਗਟ ਕਰ ਦਿੰਦੇ ਨੇ, ਆਪਣੀ ਅਸਲੀਅਤ ਪ੍ਰਗਟ ਕਰ ਦਿੰਦੇ ਨੇ ਕਿ ਮੈਂ ਕੋਈ ਇਤਬਾਰਯੋਗ ਬੰਦਾ ਨਹੀਂ ਹਾਂ। ਜੋ ਕਿਸੇ ਦੀ ਚੁਗਲੀ ਤੁਹਾਡੇ ਕੋਲ ਕਰ ਰਿਹਾ, ਤੁਹਾਡੀ ਅੱਗੇ ਜਾ ਕੇ ਕਰਾਂਗਾ, ਆਪਣਾ ਇਤਬਾਰ ਗਵਾ ਦਿੰਦੇ ਨੇ, ਆਪਣਾ ਅਸਲਾ ਪ੍ਰਗਟ ਕਰ ਦਿੰਦੇ ਨੇ ਔਰ ਪਰਾਈ ਬਖੀਲੀ ਕਰਦੇ ਨੇ। ਤੇ ਗੁਰੂ ਜੀ ਕਹਿੰਦੇ ਨੇ ਜਿਸ ਧਨ ਕਾਰਨ ਚੁਗਲੀ ਕਰੇ, ਸੋ ਧਨ ਚੁਗਲੀ ਹੱਥ ਨਾ ਆਵੇ, ਕੋਈ ਭਾਵੇਂ ਤਿੱਥੇ ਜਾਹੇ। ਜਿਹਦੇ ਕਰਕੇ ਉਹ ਚੁਗਲੀ ਕਰ ਰਹੇ ਨੇ ਕਿਸੇ ਦੀ, ਧਨ ਕਰਕੇ, ਦੂਜਾ ਅਮੀਰ ਹੈ ਤੇ ਮੈਂ ਗਰੀਬ ਹਾਂ, ਤੇ ਜੇ ਮੈਂ ਸਾੜੇ ਦੇ ਨਾਲ ਕਿਸੇ ਦੀਆਂ ਚੁਗਲੀਆਂ ਕਰਦਾ ਹਾਂ ਤਾਂ ਚੁਗਲੀਆਂ ਕਰਨ ਦੇ ਨਾਲ ਤੇ ਉਹ ਧਨ ਮੇਰੇ ਹੱਥ ਨਹੀਂ ਨਾ ਆ ਸਕਦਾ, ਚੁਗਲੀ ਕਰਨ ਨਾਲ ਤਾਂ ਮੈਂ ਅਮੀਰ ਨਹੀਂ ਹੋ ਸਕਦਾ। ਭਾਵੇਂ ਤਿੱਥੇ ਜਾਹੇ, ਜਿੱਥੇ ਮਰਜ਼ੀ ਉਹ ਲੱਭਦੇ ਫਿਰਨ, ਜਿੱਥੇ ਮਰਜ਼ੀ ਉਹ ਜਾਂਦੇ ਰਹਿਣ, ਜਿੰਨੀਆਂ ਮਰਜ਼ੀ ਚੁਗਲੀ ਨਿੰਦਿਆ ਕਰਦੇ ਰਹਿਣ, ਚੁਗਲੀ ਔਰ ਨਿੰਦਿਆ ਬਖੀਲੀ ਕਰਨ ਦੇ ਨਾਲ ਉਹ ਧਨ ਹੱਥ ਨਹੀਂ ਹੁੰਦਾ। ਕਿਸੇ ਦੀ ਚੁਗਲੀ ਨਿੰਦਿਆ ਕਰਨ ਦੇ ਨਾਲ ਮੈਨੂੰ ਇੱਜ਼ਤ ਮਾਨ ਸਤਿਕਾਰ ਨਹੀਂ ਮਿਲ ਜਾਣਾ, ਮੈਂ ਚੰਗਾ ਬੰਦਾ ਨਹੀਂ ਬਣ ਜਾਣਾ। ਕਿਸੇ ਦੀ ਚੁਗਲੀ ਨਿੰਦਾ ਬਖੀਲੀ ਈਰਖਾ ਕਰਨ ਦੇ ਨਾਲ ਮੈਂ ਅਮੀਰ ਨਹੀਂ ਹੋ ਜਾਣਾ, ਮੇਰੇ ਹੱਥ ਥੋੜਾ ਕੁਛ ਹੋਣਾ ਹੈ। ਮੇਰੇ ਹੱਥ ਤੇ ਉਹ ਚੀਜ਼ ਆਏਗੀ ਜੇ ਮੈਂ ਮਿਹਨਤ ਕਰਾਂਗਾ, ਉਦਮ ਕਰਾਂਗਾ, ਚੰਗੇ ਗੁਣਾਂ ਦਾ ਧਾਰ ਨਹੀਂ ਹੋਵਾਂਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਚੁਗਲੀ ਨਿੰਦਿਆ ਬਖੀਲੀ ਈਰਖਾ ਕੀਨਾ ਸਾੜਾ ਕਰਦੇ ਫਿਰਦੇ ਨੇ, ਉਹ ਆਪਣਾ ਆਪਾ ਅਸਲਾ ਪ੍ਰਗਟ ਕਰਦੇ ਫਿਰਦੇ ਨੇ, ਉਹਨਾਂ ਨੂੰ ਕੋਈ ਮਾਣ ਆਦਰ ਨਹੀਂ ਮਿਲਦਾ। ਤੇ ਜਿਹੜੇ ਮਾਣ ਆਦਰ ਕਰਕੇ ਉਹ ਚੁਗਲੀਆਂ ਨਿੰਦਿਆ ਕਰਦੇ ਫਿਰਦੇ ਨੇ, ਉਹ ਉਹਨਾਂ ਨੂੰ ਮਾਣ ਆਦਰ ਚੁਗਲੀਆਂ ਨਿੰਦਿਆਂ ਦੇ ਨਾਲ ਹੱਥ ਨਹੀਂ ਆਉਂਦਾ। ਅਖੀਰਲੇ ਬਚਨ ਕਹਿੰਦੇ ਨੇ ਗੁਰਮੁਖ ਸੇਵਕ ਭਾਏ, ਹਰ ਧਨ ਮਿਲੇ, ਤਿੱਥੋਂ ਕਰਮਹੀਣ ਲੈ ਨਾ ਸਕੈ, ਹੋਰ ਥੈ ਦੇਸ਼ ਦਿਸੰਤਰ ਹਰ ਤਨ ਨਾਹੇ। ਸੇਵਕ ਭਾਏ ਦਾ ਮਤਲਬ ਸੇਵਕ ਭਾਵਨਾ ਦੇ ਨਾਲ, ਦਿਲੀ ਪਿਆਰ ਨਾਲ ਸੇਵਕ ਹੋਣਾ। ਕਰਮਹੀਣ ਦਾ ਮਤਲਬ ਅਭਾਗੇ ਬੰਦੇ ਜੋ ਚੰਗੇ ਕਰਮ ਨਹੀਂ ਕਰਦੇ। ਹੋਰ ਥਾਂ ਦਾ ਮਤਲਬ ਕਿਸੇ ਹੋਰ ਥਾਂ ਤੋਂ। ਦਿਸੰਤਰ ਦਾ ਮਤਲਬ ਹੋਰ ਦੇਸ਼ਾਂ ਵਿੱਚ। ਗੁਰਮੁਖ ਸੇਵਕ ਭਾਏ ਹਰ ਤਨ ਮਿਲੇ। ਗੁਰੂ ਜੀ ਕਹਿੰਦੇ ਨੇ ਹੇ ਭਾਈ, ਸੇਵਕ ਭਾਵਨਾ ਦੇ ਨਾਲ ਗੁਰੂ ਦੀ ਸ਼ਰਨ ਪਿਆ ਰੱਬੀ ਗੁਣ ਮਿਲਦੇ ਨੇ, ਗਿਆਨ ਦੀ ਦਾਤ ਮਿਲਦੀ ਹੈ, ਰੱਬੀ ਗੁਣ ਮਿਲਦੇ ਨੇ। ਜੇ ਸੇਵਕ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੀ ਸ਼ਰਨ ਲਈ ਜਾਏ, ਤੇ ਜੇ ਵਿਖਾਵੇ ਦੇ ਤੌਰ ਤੇ ਮੱਥਾ ਟੇਕ ਕੇ ਆ ਜਾਏ, ਵਿਸ਼ਵਾਸ ਨਾ ਹੋਵੇ ਤਾਂ ਫਿਰ ਕੁਛ ਨਹੀਂ ਮਿਲਦਾ। ਤਿੱਥੋਂ ਕਰਮਹੀਨ ਲੈ ਨਾ ਸਕਾਹੇ, ਅਭਾਗੇ ਬੰਦੇ ਇਹ ਧਨ ਲੈ ਨਹੀਂ ਸਕਦੇ। ਹੋਰ ਥੇ ਦੇਸ਼ ਦਸੰਤਰ, ਇਹ ਧੰਨਾ ਹੈ, ਇਹ ਹਰ ਧੰਨਾ ਹੈ। ਹੋਰ ਦੇਸ਼ਾਂ ਦੇ ਸੰਤਰਾਂ ਦੇ ਵਿੱਚ ਜਿੱਥੇ ਮਰਜ਼ੀ ਫਿਰਦੇ ਰਹੋ,
ਇਹ ਰੱਬੀ ਗੁਣ ਹੋਰ ਕਿਤੋਂ ਮਿਲਣਾ ਨਹੀਂ, ਨਾ ਤੀਰਥਾਂ ਤੋਂ, ਨਾ ਵਰਤਾਂ ਚੋਂ, ਨਾ ਨਰਾਤਿਆਂ ਚੋਂ, ਨਾ ਆਮ ਬੰਦਿਆਂ ਕੋਲੋਂ, ਨਾ ਪੀਰਾਂ ਤੋਂ, ਨਾ ਕਬਰਾਂ ਤੋਂ, ਨਾ ਮੜੀਆਂ ਤੋਂ, ਨਾ ਮੂਰਤੀ ਪੂਜਾ ਤੋਂ, ਤੇ ਨਾ ਮਤਲਬ ਹੋਰ ਕਰਮ ਕਾਂਡ ਕਰਨ ਦੇ ਨਾਲ ਇਹ ਗੁਣ ਥੋੜਾ ਮਿਲਣਾ। ਰੱਬੀ ਗੁਣ, ਰੱਬੀ ਗਿਆਨ, ਜੀਵਨ ਦੀ ਸਹੀ ਸੂਝ ਗੁਰੂ ਦੇ ਚਰਨਾਂ ਦੀ ਸ਼ਰਨ ਚੋਂ ਮਿਲਣੀ ਹੈ, ਤੇ ਉਹ ਵੀ ਸੇਵਕ ਭਾਅ ਦੇ ਨਾਲ, ਦਿਲੀ ਪਿਆਰ ਨਾਲ। ਜੇ ਦਿਲੀ ਤੌਰ ਤੇ ਕੋਈ ਬੰਦਾ ਇਹ ਚੀਜ਼ ਚਾਹੇਗਾ, ਦਿਲੋਂ ਗੁਰੂ ਦੇ ਬਾਣੀ ਦੇ ਅਨੁਸਾਰ ਜ਼ਿੰਦਗੀ ਜੀਵੇਗਾ, ਤਾਂ ਉਹ ਇਨਸਾਨ ਇਹ ਚੀਜ਼ ਪ੍ਰਾਪਤ ਕਰ ਸਕੇਗਾ। ਤੇ ਜੇ ਕੋਈ ਵਿਖਾਵੇ ਦੀ ਪੂਜਾ ਪਾਠ ਅਰਚਨਾ ਕਰੇ ਤਾਂ ਉਹਨੂੰ ਇਹ ਚੀਜ਼ ਮਿਲੇਗੀ ਨਹੀਂ। ਜੋ ਮਨਮੁਖ ਲੋਕ ਨੇ, ਆਪ ਹੁਦਰੇ ਨੇ, ਜਿਨ੍ਹਾਂ ਦੇ ਅੰਦਰ ਗੁਰੂ ਬਾਣੀ ਲਈ, ਗੁਰੂ ਦੇ ਸਿਧਾਂਤਾਂ ਲਈ, ਗੁਰੂ ਗਿਆਨ ਲਈ, ਯੂਨੀਵਰਸਲ ਟਰੁਥ ਲਈ, ਰੱਬੀ ਗੁਣਾਂ ਲਈ, ਸਤ ਸੰਤੋਖ ਦਇਆ ਧਰਮ ਲਈ ਪਿਆਰ ਹੀ ਨਹੀਂ ਹੈ, ਉਹ ਲੋਕ ਇਹ ਚੀਜ਼ਾਂ ਪ੍ਰਾਪਤ ਨਹੀਂ ਕਰ ਸਕਦੇ।